ਸਤਿ ਸ੍ਰੀ ਸਟੂਡੈਂਟ ਅਗਲਾ ਸਾਡਾ ਟੌਪਿਕ ਕਰਨਾ ਹੈਗਾ ਆਪਾਂ ਫਾਈਨੈਂਸ਼ੀਅਲ ਪਲੈਨਿੰਗ। ਠੀਕ ਨਾ। ਫਾਈਨੈਂਸ਼ੀਅਲ ਪਲੈਨਿੰਗ ਦੇ ਮਤਲਬ ਜਦੋਂ ਪਲੈਨਿੰਗ ਤਾਂ ਤੁਹਾਨੂੰ ਪਤਾ ਹੈ, ਪਲੈਨਿੰਗ ਵਿੱਚ ਆਪਾਂ ਕੀ ਕਰਦੇ ਹੁੰਦੇ ਨੇ, ਆਪਾਂ ਐਡਵਾਂਸ ਵਿੱਚ ਕੀ ਕਰਦੇ ਹਾਂ ਜੀ, ਡਿਸਾਈਡ ਕਰਦੇ ਹਾਂ ਕਿਸੇ ਵੀ ਚੀਜ਼ ਵਿੱਚ, ਉਹ ਸਾਡੀ ਪਲੈਨਿੰਗ ਹੁੰਦੀ। ਇਸ ਤਰ੍ਹਾਂ ਬੇਟਾ ਜਿਹੜਾ ਫਾਈਨੈਂਸ਼ੀਅਲ ਪਲੈਨਿੰਗ ਆ, ਇਹਦੇ ਵਿੱਚ ਕੀ ਕਰਦੇ ਆ, ਡਿਸਾਈਡ ਇਨ ਐਡਵਾਂਸ ਹਾਊ ਮਚ ਟੂ ਸਪੈਂਡ ਔਨ ਵਟ ਟੂ ਸਪੈਂਡ। ਠੀਕ ਨਾ, ਕਿ ਮਤਲਬ ਆਪਾਂ ਐਡਵਾਂਸ ਵਿੱਚ ਹੀ ਡਿਸਾਈਡ ਕਰ ਲੈਂਦੇ ਹਾਂ ਕਿ ਅਸੀਂ ਕਿੰਨਾ ਜੀ ਪੈਸਾ ਖਰਚ ਕਰਨਾ ਆ, ਅਤੇ ਪਲੱਸ ਕਿਹਾ ਜੀ ਕਿਹਦੇ ਉੱਤੇ ਖਰਚ ਕਰਨਾ। ਠੀਕ ਨਾ, ਕਿ ਜਿਹੜਾ ਪੈਸਾ ਆ ਅਸੀਂ ਕਿਹਾ ਜੀ ਕਿੰਨਾ ਖਰਚ ਕਰਨਾ ਆ, ਅਤੇ ਕਿਹੜੀ ਕਿਹੜੀ ਐਕਟੀਵਿਟੀ ਉੱਤੇ ਖਰਚ ਕਰਨਾ ਆ, ਅਤੇ ਕਿੰਨੀ ਮਾਤਰਾ ਵਿੱਚ ਕਰਨਾ। ਠੀਕ ਨਾ, ਅਤੇ ਮਤਲਬ ਕਿ ਜੀ ਐਡਵਾਂਸ ਵਿੱਚ ਪਹਿਲਾਂ ਤੋਂ ਹੀ ਅਸੀਂ ਕੀ ਕਰ ਲੈਣਾ, ਡਿਸਾਈਡ ਕਰ ਲੈਣਾ ਕਿ ਮਤਲਬ ਕਿ ਜੀ ਫਿਕਸ ਐਸਟ 'ਤੇ ਅਸੀਂ ਇੰਨਾ ਪੈਸਾ ਲਾਉਣਾ ਆ, ਕਰੰਟ ਐਸਟ 'ਤੇ ਇੰਨਾ ਪੈਸਾ ਲਾਉਣਾ ਆ। ਠੀਕ ਨਾ, ਔਰ ਇਸੇ ਤਰ੍ਹਾਂ ਜਿਹੜਾ ਸਾਡਾ ਫਾਈਨੈਂਸ਼ੀਅਲ ਪਲੈਨਿੰਗ ਹੈ ਉਹਦੇ ਵਿੱਚ ਕੀ ਆ ਜੀ, ਹੋਰ ਇਨਕਲੂਡ ਕਿਹੜੀਆਂ ਹੁੰਦੀਆਂ, ਜਿਹੜੀਆਂ ਆਪਾਂ ਟਰਮੀਨੇਸ਼ਨ ਕਰਦੇ ਹਾਂ ਪਹਿਲੇ ਨੰਬਰ 'ਤੇ ਕਹਿੰਦਾ ਅਮਾਊਂਟ ਆਫ ਫਿਨਾਂਸ ਨੀਡ, ਪਲੱਸ ਕਿਹਾ ਜੀ ਕਿ ਸਾਨੂੰ ਕਿੰਨੇ ਪੈਸੇ ਦੀ ਲੋੜ ਆ ਅਲੱਗ-ਅਲੱਗ ਐਕਟੀਵਿਟੀ ਲਈ। ਜਿਹੜਾ ਆਪਾਂ ਪਲੈਨਿੰਗ ਕੀਤੀ ਉਹ ਆ ਸਾਨੂੰ ਕਿੰਨੇ ਪੈਸੇ ਚਾਹੀਦੇ ਆ। ਅੱਗੇ ਸੋਰਸ ਆਫ ਫਿਨਾਂਸ, ਜੇ ਮਤਲਬ ਸਾਨੂੰ ਇਹ ਪਤਾ ਲੱਗ ਗਿਆ ਕਿ ਸਾਨੂੰ ਮਤਲਬ 10 ਲੱਖ ਰੁਪਏ ਚਾਹੀਦਾ ਆ, ਫਿਰ ਅਸੀਂ ਦੇਖਣਾ ਕਿ 10 ਲੱਖ ਰੁਪਏ ਆਪਾਂ ਇਕੱਠਾ ਕਿੱਥੋਂ ਕਰਨਾ। ਸੋਰਸ ਆਫ ਫਿਨਾਂਸ ਕਿਹੜਾ ਹੋਣਾ, ਡੈਬਟਰ ਤੋਂ ਲੈਣਾ ਆ, ਡੈਬਿਟ ਤੋਂ ਲੈਣਾ ਆ, ਲੋਨ ਲੈਣੇ ਆ, ਜਾਂ ਫਿਰ ਕਿਹਾ ਜੀ ਇਕੁਇਟੀ ਸ਼ੇਅਰ ਹੋਲਡਰ ਦਾ ਓਨਰ ਦਾ ਫੰਡ ਲੈਣਾ ਆ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਬੇਟਾ ਪ੍ਰੋਪਰ ਯੂਟੀਲਾਈਜੇਸ਼ਨ ਫੰਡ। ਉਸ ਤੋਂ ਬਾਅਦ ਅਸੀਂ ਕੀ ਦੇਖਦੇ ਹਾਂ ਕਿ ਜਿਹੜੇ ਸਾਡੇ ਕੋਲ ਫੰਡ ਹੈਗੇ ਆ, ਜਿੱਦਾਂ ਹੁਣ ਸਾਨੂੰ ਪਤਾ ਲੱਗ ਗਿਆ ਕਿ ਸਾਨੂੰ ਇੰਨਾ ਪੈਸਾ ਚਾਹੀਦਾ ਆ, ਆਪਾਂ ਕਹਿੰਦੇ ਸੋਰਸ ਵੀ ਪਤਾ ਕਰ ਲਿਆ ਕਿ ਫਿਨਾਂਸ ਆਪਾਂ ਕਿੱਥੋਂ ਲੈਣਾ ਹੈ। ਫਿਰ ਹੁੰਦਾ ਆ ਕਿ ਉਸ ਫਿਨਾਂਸ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨਾ। ਠੀਕ ਨਾ, ਜਿਹਦੇ ਨਾਲ ਸਾਨੂੰ ਕਿਹਾ ਜੀ ਉਹਦੀ ਮੈਕਸੀਮਮ ਰਿਟਰਨ ਮਿਲ ਸਕੇ। ਠੀਕ ਹੈ ਨਾ, ਯਾਨੀ ਕਿ ਜਿਹੜਾ ਮਤਲਬ ਕਿਹਾ ਜੀ ਫਾਈਨੈਂਸ਼ੀਅਲ ਪਲੈਨਿੰਗ ਆ, ਉਹਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਆਪਾਂ ਐਡਵਾਂਸ ਵਿੱਚ ਹੀ ਪਹਿਲਾਂ ਹੀ ਡਿਸਾਈਡ ਕਰ ਲੈਣਾ ਕਿ ਸਾਨੂੰ ਕਿੰਨੇ ਪੈਸੇ ਦੀ ਲੋੜ ਵਾ, ਕਿੰਨਾ ਫਿਨਾਂਸ ਚਾਹੀਦਾ ਆ, ਅਤੇ ਉਹ ਫਿਨਾਂਸ ਆਪਾਂ ਕਿੱਥੋਂ ਕਲੈਕਟ ਕਰਨਾ ਆ, ਅਤੇ ਉਹ ਫਿਨਾਂਸ ਦਾ ਕਿਸ ਤਰ੍ਹਾਂ ਆਪਾਂ ਯੂਟੀਲਾਈਜ਼ ਕਰਨਾ ਆ। ਠੀਕ ਨਾ, ਉਹਨੂੰ ਬੇਟਾ ਕਹਿ ਦਿੰਦੇ ਆਪਾਂ ਫਾਈਨੈਂਸ਼ੀਅਲ ਪਲੈਨਿੰਗ। ਅੱਗੇ ਬੇਟਾ ਹੈਗਾ ਸਾਡੇ ਕੋਲ ਓਬਜੈਕਟਿਵਸ ਆਫ ਫਾਈਨੈਂਸ਼ੀਅਲ ਪਲੈਨਿੰਗ। ਜਿਹਦੇ ਵਿੱਚ ਪਹਿਲੇ ਨੰਬਰ 'ਤੇ ਹੈਗਾ ਟੂ ਇਨਸ਼ੋਰਲੀ ਟਾਈਮਲੀ ਅਵੇਲੇਬਲ ਆਫ ਫੰਡਸ। ਠੀਕ ਨਾ, ਪਹਿਲੇ ਨੰਬਰ ਸਭ ਤੋਂ ਮੇਨ ਓਬਜੈਕਟਿਵ ਇਹ ਹੁੰਦਾ ਆ ਕਿ ਸਾਨੂੰ ਕਿਹਾ ਜੀ ਕਿ ਜਿਹੜੇ ਸੋਫੀਸ਼ੀਐਂਟ ਫੰਡ ਸਾਨੂੰ ਕਿਹਾ ਜੀ ਅਵੇਲੇਬਲ ਹੋਣ ਜਦੋਂ ਵੀ ਉਹਨਾਂ ਦੀ ਲੋੜ ਆ। ਇਹ ਨਾ ਹੈਗਾ, ਇਹ ਨਹੀਂ ਹੈਗਾ ਕਿ ਮਤਲਬ ਕਿਹਾ ਜੀ ਮਤਲਬ ਸਾਨੂੰ ਪੈਸੇ ਦੀ ਲੋੜ ਆ ਪਰ ਸਾਡੇ ਕੋਲ ਪੈਸਾ ਹੈ ਨਹੀਂ ਗਾ, ਜਿਹਦੇ ਕਰਕੇ ਸਾਡਾ ਕੰਮ ਕਿਹਾ ਜੀ ਰੁਕ ਜਾਂਦਾ ਹੈ। ਠੀਕ ਨਾ, ਤਾਂ ਬੇਟਾ ਸਾਡੇ ਕੋਲ ਦੋ ਤਰ੍ਹਾਂ ਦੇ ਫੰਡ ਮਤਲਬ ਕੰਮ ਹੁੰਦੇ ਆ। ਇੱਕ ਤਰ੍ਹਾਂ ਹੁੰਦੇ ਹੈਗੇ ਜੀ ਪਰਚੇਜ ਆਫ ਲੌਂਗ ਟਰਮ ਐਸਟ। ਠੀਕ ਨਾ, ਇੱਕ ਹੁੰਦੀ ਹੈਗਾ ਡੇ ਟੂ ਡੇ ਐਕਸਪੈਂਸਿਸ। ਠੀਕ ਨਾ, ਕਿ ਜਿਹੜੇ ਲੌਂਗ ਟਰਮ ਐਸਟ ਹੁੰਦੇ ਉਹਨਾਂ ਵਿੱਚ ਆਪਾਂ ਇੱਕ ਵਾਰੀ ਪੈਸਾ ਲਾ ਦਈਦਾ ਆ, ਉਹ ਸਾਨੂੰ ਕਿਹਾ ਜੀ ਇਨਰਿਕਵਰੇਬਲ ਹੁੰਦਾ, ਮਤਲਬ ਉਹਦੀ ਸਾਨੂੰ ਕਿਹਾ ਜੀ ਇਨਡਾਇਰੈਕਟਲੀ ਬੈਨੀਫਿਟ ਮਿਲਦਾ। ਲੇਕਿਨ ਡੇ ਟੂ ਜਿਹੜੀਆਂ ਐਕਸਪੈਂਸਿਸ ਆ, ਠੀਕ ਨਾ, ਉਹਨਾਂ ਲਈ ਸਾਨੂੰ ਕੀ ਚਾਹੀਦੀ ਹੁੰਦੀ ਹੈ ਜੀ, ਵਰਕਿੰਗ ਕੈਪੀਟਲ। ਠੀਕ ਨਾ, ਸ਼ੋਰਟ ਟਰਮ ਫੰਡ ਚਾਹੀਦੇ ਹੁੰਦੇ ਆ। ਠੀਕ ਹੈ ਨਾ, ਰੋਜ਼ ਦੇ ਖਰਚੇ ਲਈ। ਇਸ ਕਰਕੇ ਮੇਨ ਜਿਹੜਾ ਸਾਡੇ ਕੋਲ ਫਾਈਨੈਂਸ਼ੀਅਲ ਪਲੈਨਿੰਗ ਦਾ ਓਬਜੈਕਟਿਵ ਹੁੰਦਾ ਕਿ ਜਿਹੜੀਆਂ ਸਾਡੀ ਕਿਹਾ ਜੀ ਲੌਂਗ ਟਰਮ ਰਿਕੁਆਇਰਮੈਂਟਾਂ ਫਾਈਨਾਂਸ ਦੀਆਂ, ਅਤੇ ਡੇ ਟੂ ਮਤਲਬ ਕਿਹਾ ਜੀ ਐਕਸਪੈਂਸ ਲਈ ਫੰਡ ਦੀਆਂ ਰਿਕੁਆਇਰਮੈਂਟਾਂ ਆ, ਉਹ ਕੀ ਹੋਣੀਆਂ ਚਾਹੀਦੀਆਂ ਜੀ, ਕਿ ਮਤਲਬ ਕਿਹਾ ਜੀ ਸਾਡੀਆਂ ਪੂਰੀਆਂ ਹੋਣ, ਸਾਨੂੰ ਫਿਨਾਂਸ ਅਵੇਲੇਬਲ ਹੋਵੇ। ਕਿ ਮਤਲਬ ਕਹਿ ਰਹੀ ਜਿਹੜੀ ਸ਼ੋਰਟੇਜ ਆਫ ਫੰਡ ਦੀ ਹੈ ਨਾ, ਉਹ ਸਿਚੁਏਸ਼ਨ ਨਹੀਂ ਆਉਣੀ ਚਾਹੀਦੀ, ਕਿਉਂਕਿ ਜਦੋਂ ਸ਼ੋਰਟੇਜ ਆਫ ਫੰਡ ਹੋਣਾ ਆ ਉਦੋਂ ਬੇਟਾ ਸਾਡੇ ਸਾਰੇ ਕੰਮ ਰੁਕ ਜਾਣੇ। ਠੀਕ ਨਾ, ਮੰਨ ਲਓ ਫੋਰ ਐਗਜ਼ਾਮਪਲ ਆ ਅਸੀਂ ਕੋਈ ਮਸ਼ੀਨਰੀ ਖਰੀਦਣੀ ਆ, ਮਸ਼ੀਨਰੀ ਖਰੀਦਣ ਲਈ ਸਾਡੇ ਕੋਲ ਪੈਸੇ ਨਹੀਂ ਹੈਗੇ। ਠੀਕ ਨਾ, ਤਾਂ ਉਹਨਾਂ ਕੀ ਹੋਣਾ, ਸ਼ੋਰਟੇਜ ਆ ਜਾਂਦੀ ਹੈ ਫੰਡ ਦੀ ਜਾਂ ਫਿਨਾਂਸ ਦੀ, ਤਾਂ ਉਹਨਾਂ ਕਿਹਾ ਜੀ ਸਾਡਾ ਕੰਮ ਸਾਰਾ ਕਿਹਾ ਜੀ ਰੁਕ ਜਾਣਾ। ਯਾਨੀ ਕਿ ਕਿਹਾ ਜੀ ਮੇਨ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸ਼ੋਰਟੇਜ ਆਫ ਫੰਡ ਦੀ ਜਿਹੜੀ ਮੈਂ ਸਿਚੁਏਸ਼ਨ ਆ ਉਹ ਕਿਹਾ ਜੀ ਨਹੀਂ ਆਉਣ ਦੇਣੀ। ਠੀਕ ਨਾ, ਉਹ ਤੋਂ ਬੇਟਾ ਅੱਗੇ ਹੈਗਾ ਮੇਕ ਸ਼ੋਰ ਦੀ ਫਾਰਮ ਡਜ਼ ਨੋਟ ਰੇਜ਼ ਫੰਡ ਅਨਸੈਸਰੀ। ਠੀਕ ਨਾ, ਹੁਣ ਦੂਜੇ ਪਾਸੇ ਬੇਟਾ ਜਦੋਂ ਪਹਿਲੇ ਨੰਬਰ 'ਤੇ ਇਹ ਹੁੰਦਾ ਆ ਕਿ ਮਤਲਬ ਫੰਡ ਦੀ ਸ਼ੋਰਟੇਜ ਨਾ ਆਵੇ, ਦੂਜੇ ਨੰਬਰ 'ਤੇ ਇਹ ਵੀ ਓਬਜੈਕਟਿਵ ਹੁੰਦਾ ਕਿ ਜਿੰਨੇ ਸਾਨੂੰ ਲੋੜ ਆ ਨਾ ਫੰਡ ਉਹਨਾਂ ਨਾਲੋਂ ਆਪਾਂ ਜ਼ਿਆਦਾ ਰੇਜ਼ ਕਰ ਲਈਏ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ, ਸਭ ਤੋਂ ਪਹਿਲਾਂ ਆਪਾਂ ਐਸਟੀਮੇਟ ਲਾ ਲੈਣਾ ਕਿ ਸਾਨੂੰ ਕਿੰਨੇ ਫੰਡ ਦੀ ਕਿਹਾ ਜੀ ਨੀਡਸ ਆ, ਪਲੱਸ ਕਿਹਾ ਜੀ ਕਿੰਨੇ ਰਿਕੁਆਇਰਮੈਂਟ ਆ। ਫਿਰ ਅਸੀਂ ਜਿਹੜੇ ਫੰਡ ਹੈ ਨਾ ਲੋਕਾਂ ਮਤਲਬ ਕਿਹਾ ਜੀ ਬਾਹਰ ਆਊਟਸੋਰਸ ਤੋਂ, ਓਨਰ ਤੋਂ, ਜਾਂ ਫਿਰ ਕਹਿ ਜੀ ਲੋਨ ਤੋਂ ਜਿਹੜੇ ਲੈਣੇ ਆ ਉਨੇ ਹੀ ਰੇਜ਼ ਕਰੀਏ ਜਿੰਨੀ ਕਹਿ ਜੀ ਸਾਨੂੰ ਲੋੜ ਆ। ਇਹ ਨਾ ਹੋਵੇ ਕਿ ਫੰਡ ਆਪਾਂ ਜ਼ਿਆਦਾ ਰੇਜ਼ ਕਰ ਲਈਏ, ਜਿਹਦੇ ਨਾਲ ਕੀ ਹੋਵੇ ਫੰਡ ਦੀ ਸਾਨੂੰ ਸ਼ੋਰਟੇਜ ਤਾਂ ਨਾ ਹੋਵੇ, ਪਰ ਕੀ ਹੋਵੇ ਜੀ ਸਾਡੇ ਕੋਲ ਐਕਸਟਰਾ ਪਏ ਰਹਿਣ। ਜੇ ਹੁਣ ਮੰਨ ਲਓ ਸਾਨੂੰ ਲੋੜ ਹੈਗੀ 50,000 ਦੀ, ਬੈਂਕ ਤੋਂ ਲੋਨ ਲੈ ਲਈਏ ਅਸੀਂ ਕਿੰਨਾ ਜੀ 1 ਲੱਖ, ਉਹਨਾਂ ਕੀ ਹੋਣਾ ਜੀ 50,000 ਤਾਂ ਵਰਤ ਲਾਂਗੇ, ਲੇਕਿਨ ਜਿਹੜਾ 50,000 ਆਪਾਂ ਬਿਨਾਂ ਗੱਲ ਤੋਂ ਲਿਆ ਸਾਨੂੰ ਉਹਦੇ ਉੱਤੇ ਕਿਹਾ ਜੀ ਵਾਧੂ ਦਾ ਖਰਚਾ ਪੈਣਾ ਹੈ। ਵਾਧੂ ਦਾ ਕੀ ਕਰਨਾ ਜੀ, ਖਰਚਾ ਪੈਣਾ। ਔਰ ਇਸੇ ਕਰਕੇ ਕਹਿੰਦਾ ਜਿਹੜੀ ਫੰਡ ਨਾ ਜ਼ਿਆਦਾ ਹੁੰਦਾ ਉਹ ਸ਼ੋਰਟੇਜ ਆਫ ਫੰਡ ਨਾਲੋਂ ਵੀ ਕਿਹਾ ਜੀ ਮਾੜੇ ਹੁੰਦੇ ਆ। ਜੋ ਉਹਦਾ ਜਿਹੜਾ ਮਤਲਬ ਘਾਟਾ ਜਾਂ ਲੋਸ ਆ ਉਹ ਜਿਹੜੀ ਸ਼ੋਰਟੇਜ ਆਫ ਫੰਡ ਵਾ ਉਹਦੇ ਨਾਲੋਂ ਵੀ ਕਿਤੇ ਜ਼ਿਆਦਾ ਹੁੰਦਾ। ਠੀਕ ਨਾ,
ਕਿ ਮਤਲਬ ਜਿਹੜਾ ਫਾਰਮ ਦੇ ਮਤਲਬ ਕਿਹਾ ਜੀ ਕਿ ਛੋਟੇ ਤਾਂ ਹੋਵੇ ਨਾ ਹੋਵੇ, ਪਲੱਸ ਦੂਜਾ ਆਬਜੈਕਟਿਵ ਇਹ ਵੀ ਹੁੰਦਾ ਕਿ ਫੰਡ ਸਾਨੂੰ ਕਿਹਾ ਜੀ ਜਿੰਨੀ ਲੋੜ ਆ ਉਹ ਤੋਂ ਜ਼ਿਆਦਾ ਨਾ ਸਾਡੇ ਕੋਲ ਕੀ ਹੋ ਜਾਣੇ ਜੀ, ਇਕੱਠੇ ਹੋ ਜਾਣੇ, ਜਿਹਦੇ ਨਾਲ ਸਾਨੂੰ ਉਹਨਾਂ ਦਾ ਕਿਹਾ ਜੀ ਵਾਧੂ ਖਰਚਾ ਪਈ ਜਾਵੇ। ਠੀਕ ਨਾ ਬੇਟਾ, ਕਿ ਮਤਲਬ ਕਿਹਾ ਜੀ ਕਿ ਮਤਲਬ ਸੋਰਸ ਸਾਡੇ ਕੋਲ ਘਟਣ ਮਨਾ ਤੇ ਜਿਹੜੇ ਫੰਡ ਆ ਸਾਡੇ ਤੋਂ ਵਧਣ ਮਨਾ। ਠੀਕ ਨਾ, ਅੱਗੇ ਬੇਟਾ ਹੈਗਾ ਜੀ ਇੰਪੋਰਟੈਂਸ ਆਫ ਫਾਈਨੈਂਸ਼ੀਅਲ ਪਲੈਨਿੰਗ। ਠੀਕ ਨਾ, ਕੀ ਹੈ ਜੀ ਇੰਪੋਰਟੈਂਸ ਆਫ ਫਾਈਨੈਂਸ਼ੀਅਲ ਪਲੈਨਿੰਗ, ਮਤਲਬ ਇਹਦੀਆਂ ਇੰਪੋਰਟੈਂਸ ਕੀ ਆ। ਪਹਿਲੇ ਨੰਬਰ 'ਤੇ ਹੈਗਾ ਜੀ ਐਸਟੀਮੇਟ ਦੀ ਰਿਕੁਆਇਰਮੈਂਟ ਅਮਾਊਂਟ ਆਫ ਫਿਨਾਂਸ ਨੀਡਡ। ਠੀਕ ਨਾ, ਕਿ ਮਤਲਬ ਕਿਹਾ ਜੀ ਕਿ ਸਾਨੂੰ ਸਭ ਤੋਂ ਪਹਿਲੇ ਦੀ ਇੰਪੋਰਟੈਂਸ ਇਹ ਆ ਕਿ ਸਾਨੂੰ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਜਦੋਂ ਆਪਾਂ ਪਹਿਲੇ ਦੇਖ ਲੈਂਦੇ ਨਾ ਕਿ ਸਾਨੂੰ ਕਿੰਨੀ ਮਤਲਬ ਜ਼ਰੂਰਤ ਆ ਫਿਨਾਂਸ ਦੀ, ਤਾਂ ਬੇਟਾ ਉਹਦੇ ਨਾਲ ਅਸੀਂ ਕਿਹਾ ਜੀ ਪਹਿਲਾਂ ਤੋਂ ਹੀ ਸਾਨੂੰ ਕਿਹਾ ਜੀ ਉਹਦੀ ਮਤਲਬ ਐਸਟੀਮੇਟ ਲੱਗ ਜਾਂਦਾ ਆ ਕਿ ਸਾਨੂੰ ਕਿੰਨਾ ਫਿਨਾਂਸ ਚਾਹੀਦੇ ਆ, ਔਰ ਉਹਦੇ ਕਾਰਨ ਨਾ ਤਾਂ ਸਾਨੂੰ ਕੀ ਆਉਂਦੀ ਹੈਗੀ ਹੈ ਜੀ ਫਿਨਾਂਸ ਦੀ ਸ਼ੋਰਟੇਜ ਆਉਂਦੀ ਆ, ਤੇ ਨਾ ਹੀ ਫਿਨਾਂਸ ਕਿਆ ਹੁੰਦਾ ਜੀ ਓਵਰ ਕੈਪੀਟਲਾਈਜ਼ ਹੁੰਦਾ। ਠੀਕ ਨਾ, ਓਵਰ ਕੈਪੀਟਲਾਈਜ਼ ਦਾ ਮਤਲਬ ਕਿਹਾ ਜੀ ਕਿ ਜਿੰਨੀ ਲੋੜ ਆ ਉਹ ਤੋਂ ਆਪਾਂ ਜ਼ਿਆਦਾ ਕਹਿ ਜੀ ਯੂਜ਼ ਉਹ ਤੋਂ ਜ਼ਿਆਦਾ ਕਲੈਕਟ ਨਹੀਂ ਕਰਦੇ, ਜਿਸ ਕਰਕੇ ਉਹਦੀ ਐਕਸਪੈਂਸਿਸ ਕਿਹਾ ਜੀ ਘਟਦੀ ਆ। ਉਹ ਪਲੱਸ ਕਿਹਾ ਜੀ ਉਹਦੀ ਵੇਸਟੇਜ ਨੂੰ ਵੀ ਆਪਾਂ ਰੋਕਦੇ ਹਾਂ, ਕਿਉਂਕਿ ਸਾਨੂੰ ਪਹਿਲਾਂ ਪਤਾ ਹੁੰਦਾ ਕਿ ਸਾਨੂੰ ਇੰਨੇ ਪੈਸੇ ਦੀ ਲੋੜ ਆ। ਠੀਕ ਨਾ, ਅਸੀਂ ਉਸ ਹਿਸਾਬ ਨਾਲ ਪੈਸਾ ਕਲੈਕਟ ਕਰਦੇ ਹਾਂ ਅਤੇ ਉਹਨੂੰ ਕਿਹਾ ਜੀ ਬਹੁਤ ਸਾਵਧਾਨੀ ਨਾਲ ਖਰਚਦੇ ਹਾਂ ਕਿ ਜਿਹਦੇ ਨਾਲ ਕਿਹਾ ਜੀ ਸਾਡੇ ਕੋਲ ਓਵਰ ਕੈਪੀਟਲਾਈਜੇਸ਼ਨ ਨਹੀਂ ਹੁੰਦੀ, ਨਾ ਹੀ ਸਾਡੀ ਕਿਹਾ ਜੀ ਜਿਹੜਾ ਫੰਡ ਹੁੰਦੇ ਆ ਉਹਨਾਂ ਦੀ ਕੀ ਹੁੰਦੀ ਹੈ ਜੀ ਵੇਸਟੇਜ ਹੁੰਦੀ ਆ, ਨਾ ਹੀ ਉਹਨਾਂ ਦੀ ਕੀ ਹੁੰਦੀ ਹੈ ਜੀ ਵੇਸਟੇਜ। ਕਿਉਂਕਿ ਬੇਟਾ ਸਾਡੇ ਕੋਲ ਪੂਰਾ ਪੈਸਾ ਹੋਣਾ ਆ, ਆਪਾਂ ਕਿਹਾ ਜੀ ਉਹਨੂੰ ਬਹੁਤ ਮਤਲਬ ਕਿਹਾ ਜੀ ਸਾਵਧਾਨੀ ਦੇ ਨਾਲ ਖਰਚਣਾ। ਜਿੱਥੇ ਸਾਡੇ 10 ਰੁਪਏ ਖਰਚ ਹੁੰਦੇ ਆਪਾਂ 10 ਹੀ ਖਰਚਣੇ, ਨਾ ਕਿ ਆਪਾਂ ਕਿਹਾ ਜੀ ਜ਼ਿਆਦਾ। ਹੁਣ ਜੇ ਮੰਨ ਲਓ ਸਾਨੂੰ ਕਿਹਾ ਜੀ ਆਪਣੇ ਬਿਜ਼ਨਸ ਦੇ ਵਿੱਚ ਇੱਕ ਮੈਨੇਜਰ ਦੀ ਲੋੜ ਆ ਤਾਂ ਆਪਾਂ ਇੱਕੋ ਮੈਨੇਜਰ ਰੱਖਾਂਗੇ, ਇਹ ਨਹੀਂ ਹੋਊਗਾ ਇੱਕ ਦੀ ਜਗ੍ਹਾ ਕਿਹਾ ਜੀ 2 ਮੈਨੇਜਰ ਰੱਖ ਲਾਂਗੇ, ਜਾਂ ਜਿੰਨੇ ਸਾਨੂੰ ਇੰਪਲਾਈ ਲੋੜ ਆ ਆਪਾਂ ਉਨੇ ਇੰਪਲਾਈ ਕਰਾਂਗੇ, ਉਹਨਾਂ ਤੋਂ ਜ਼ਿਆਦਾ ਇੰਪਲਾਈ ਕਿਹਾ ਜੀ ਰਿਕਰੂਟ ਨਹੀਂ ਕਰਾਂਗੇ। ਠੀਕ ਨਾ, ਕਿ ਨਾ ਤਾਂ ਸਾਨੂੰ ਕਿਹਾ ਜੀ ਫਿਨਾਂਸ ਦੀ ਵੇਸਟੇਜ ਹੁੰਦੀ ਆ, ਔਰ ਨਾ ਹੀ ਕਿਹਾ ਜੀ ਓਵਰ ਕੈਪੀਟਲਾਈਜ਼। ਇਹ ਵੀ ਨਹੀਂ ਹੁੰਦਾ ਕਿ ਜੇ ਸਾਨੂੰ ਲੋੜ ਹੈਗੀ ਆ ਮੰਨ ਲਓ ਜੀ 500 ਰੁਪਏ ਦੀ ਆਪਾਂ ਇਕੱਠਾ 1000 ਕਰ ਲਈਏ। ਠੀਕ ਨਾ, ਉਹ ਤੋਂ ਬੇਟੇ ਦੂਜੇ ਨੰਬਰ 'ਤੇ ਹੈਲਪਿੰਗ ਕੈਨ ਡਿਸਾਈਡਿੰਗ ਮੋਸਟ ਐਪਰੋਵੇਜ ਕੈਪੀਟਲ ਸਟਰਕਚਰ। ਫਿਰ ਸਾਨੂੰ ਇਹਦੇ ਵਿੱਚ ਇਹਦੀ ਸਾਨੂੰ ਹੈਲਪ ਮਿਲਦੀ ਆ ਕਿ ਸਾਡਾ ਕੈਪੀਟਲ ਸਟਰਕਚਰ ਵਧੀਆ ਹੋਵੇ। ਕੈਪੀਟਲ ਸਟਰਕਚਰ ਕਿਆ ਹੋਵੇ ਜੀ ਵਧੀਆ ਹੋਵੇ। ਠੀਕ ਨਾ, ਕੈਪੀਟਲ ਸਟਰਕਚਰ ਦਾ ਮਤਲਬ ਹੁੰਦਾ ਕਿ ਬੇਟਾ ਆਪਾਂ ਜਿਹੜਾ ਫੰਡ ਸਾਨੂੰ ਫਿਨਾਂਸ ਚਾਹੀਦਾ ਆ ਉਹ ਆਪਾਂ ਕਿਸ ਸੋਰਸਿਸ ਤੋਂ ਕਿੰਨਾ ਲੈਣਾ। ਮੰਨ ਲਓ ਸਾਨੂੰ 10,000 ਰੁਪਏ 1 ਲੱਖ ਰੁਪਏ ਚਾਹੀਦਾ, ਉਹਦੇ ਆਪਾਂ 60,000 ਇਕੁਇਟੀ ਸ਼ੇਅਰ ਹੋਲਡਰ ਤੋਂ ਲੈ ਲੈਣਾ, 40,000 ਆ ਜਿਹੜਾ ਲੋਨ ਲੈ ਲੈਣਾ। ਇੱਦਾਂ ਕਹਿ ਜੀ ਇੱਕ ਵਧੀਆ ਸਟਰਕਚਰ ਤਿਆਰ ਕਰਨ ਦੇ ਵਿੱਚ ਵੀ ਕੀ ਹੁੰਦਾ ਜੀ ਸਾਨੂੰ ਕੀ ਹੈਲਪ ਹੁੰਦੀ। ਕਿਉਂਕਿ ਬੇਟਾ ਜਿਹੜਾ ਹੈ ਨਾ ਸਾਡਾ ਫਾਈਨੈਂਸ਼ੀਅਲ ਪਲੈਨਿੰਗ ਹੁੰਦਾ ਆ, ਇਹਦੇ ਵਿੱਚ ਅਸੀਂ ਕੀ ਡਿਸਾਈਡ ਕਰਦੇ ਹਾਂ ਕਿ ਪਲੱਸ ਕਿਹਾ ਜੀ ਅਲੱਗ-ਅਲੱਗ ਜਿਹੜੇ ਸੋਰਸਿਸ ਦੇ ਹੈ ਨਾ ਸਾਨੂੰ ਕਿਹਾ ਜੀ ਫਿਨਾਂਸ ਦੇ ਸੋਰਸਿਸ ਹੁੰਦੇ ਆ, ਉਹਨਾਂ ਬੜੇ ਮਤਲਬ ਕੀ ਕਰਦੇ ਆ ਜੀ ਐਨਾਲਾਈਜ਼ ਕਰਦੇ ਆ ਇਹਦੇ ਵਿੱਚ। ਠੀਕ ਨਾ, ਐਨਾਲਾਈਜ਼ ਦਾ ਮਤਲਬ ਹੁੰਦਾ ਪ੍ਰੋਪਰ ਸਟੱਡੀ ਕਰਦੇ ਆ ਕਿ ਸੋਰਸ ਦੇ ਕੀ ਸਾਨੂੰ ਕਿਹਾ ਜੀ ਬੈਨੀਫਿਟ ਆ, ਕਿਆ ਜੀ ਸਾਨੂੰ ਨੁਕਸਾਨ ਆ। ਠੀਕ ਨਾ, ਫਿਰ ਅਸੀਂ ਉਹ ਡਿਸਾਈਡ ਕਰਨ ਦਾ ਫਿਰ ਇਹ ਦੇਖਦੇ ਹਾਂ ਕਿ ਕਿਹੜੇ ਸੋਰਸਿਸ ਤੋਂ ਅਸੀਂ ਕਿੰਨਾ ਪੈਸਾ ਲੈਣਾ ਆ। ਠੀਕ ਨਾ, ਕਿ ਮਤਲਬ ਕਿਹਾ ਜੀ ਇਕੁਇਟੀ ਓਨਰ ਫੰਡ ਤੋਂ ਕਿੰਨਾ ਪੈਸਾ ਲੈਣਾ ਆ, ਲੋਨ ਤੋਂ ਕਿੰਨਾ ਬੈਲੈਂਸ ਲੈਣਾ ਆ। ਠੀਕ ਨਾ, ਅਤੇ ਪਲੱਸ ਅਸੀਂ ਉਹਨਾਂ ਵਿੱਚ ਕੀ ਆ ਜੀ ਬੈਲੈਂਸ ਬਣਾ ਕੇ ਚੱਲਣਾ ਆ ਕਿ ਜਿਹਦੇ ਨਾਲ ਕਿਹਾ ਜੀ ਕਿ ਸਾਡੇ ਉੱਤੇ ਇਹ ਨਾ ਹੋਵੇ ਕਿ ਜਿਹੜਾ ਸ਼ੇਅਰ ਹੋਲਡਰ ਦਾ ਪ੍ਰੋਫਿਟ ਦਾ ਸ਼ੇਅਰ ਆ ਉਹ ਘਟ ਜਾਵੇ, ਜਾਂ ਫਿਰ ਕਿਹਾ ਜੀ ਸਾਨੂੰ ਜ਼ਿਆਦਾ ਇੰਟਰਸਟ ਪੇਡ ਕਰਨਾ ਪਵੇ, ਜਿਹਦੇ ਨਾਲ ਕਿਹਾ ਜੀ ਬਿਜ਼ਨਸ ਦੀ ਕੰਡੀਸ਼ਨ ਕਿਆ ਹੋ ਜਾਣੀ ਜੀ ਖਰਾਬ ਹੋ ਜਾਣਾ। ਠੀਕ ਨਾ, ਕਿ ਮਤਲਬ ਕਿਹਾ ਜੀ ਵਧੀਆ ਇੱਕ ਤਰ੍ਹਾਂ ਦਾ ਮਤਲਬ ਕਿਹਾ ਜੀ ਆਪਾਂ ਡੈਬਿਟ ਇਕੁਇਟੀ ਰੇਸ਼ੋ ਬਣਾ ਕੇ ਚੱਲਣਾ ਆ, ਜਿਹਦੇ ਨਾਲ ਬਿਜ਼ਨਸ ਨੂੰ ਕੀ ਹੋਵੇ ਜੀ ਫਾਇਦਾ ਹੋਵੇ। ਠੀਕ ਨਾ, ਉਹ ਤਾਂ ਬੇਟਾ ਅੱਗੇ ਹੈਗਾ ਜਦੋਂ ਆਪਾਂ ਫਿਨਾਂਸ ਮਤਲਬ ਡਿਸਾਈਡ ਕਰ ਲੈਣਾ, ਫਿਰ ਹੈਗਾ ਆ ਹੈਲਪਸ ਇਨ ਇਨਵੈਸਟਿੰਗ ਫਿਨਾਂਸ ਇਨ ਦੀ ਰਾਈਟ ਪ੍ਰੋਜੈਕਟ। ਠੀਕ ਨਾ, ਕਿ ਸਾਨੂੰ ਕੀ ਕਰਦਾ ਜੀ ਇਹ ਚੀਜ਼ ਵਿੱਚ ਹੈਲਪ ਕਰਦੀ ਆ ਕਿ ਜਿਹੜਾ ਅਸੀਂ ਸਾਡੇ ਕੋਲ ਫਿਨਾਂਸ ਆਇਆ ਆ ਉਹਨੂੰ ਅਸੀਂ ਕਿਹੜੇ ਪ੍ਰੋਜੈਕਟ ਵਿੱਚ ਕੀ ਕਰਨਾ ਜੀ ਇਨਵੈਸਟਮੈਂਟ ਕਰਨਾ। ਠੀਕ ਨਾ, ਕਿਉਂਕਿ ਬੇਟਾ ਫਾਈਨੈਂਸ ਜਿਹੜੇ ਸਾਡੇ ਘਰ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਅਸੀਂ ਜਿਹੜੇ ਮਤਲਬ ਪ੍ਰੋਜੈਕਟ ਦੇ ਵਿੱਚ ਨਾ ਮਤਲਬ ਕਿ ਜੀ ਇਨਵੈਸਟ ਕਰਨਾ ਹੁੰਦਾ ਆ, ਉਹਨਾਂ ਬਾਰੇ ਪ੍ਰੋਪਰ ਸਟੱਡੀ ਕਰਦੇ ਹਾਂ, ਉਹਨਾਂ ਨੂੰ ਆਪਸ ਵਿੱਚ ਕੀ ਕਰਦੇ ਹਾਂ ਜੀ ਕੰਪੇਅਰ ਕਰਦੇ ਹਾਂ। ਕੰਪੇਅਰ ਕਰਕੇ ਫਿਰ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੇ ਕੋਲ ਚੁਆਇਸ ਹੈਗੀਆਂ ਇੱਕ ਤੋਂ ਜ਼ਿਆਦਾ, ਉਹਨਾਂ ਵਿੱਚੋਂ ਬੈਸਟ ਕਿਹੜੀ ਆ। ਠੀਕ ਆ, ਬੈਸਟ ਵਨ ਮਤਲਬ ਸਭ ਤੋਂ ਇੱਕ ਵਧੀਆ ਕਿਹੜੀ ਆ, ਅਤੇ ਜਿਹਦੇ ਵਿੱਚ ਸਾਨੂੰ ਐਕਸਪੈਕਟਡ ਪ੍ਰੋਫਿਟ ਕੀ ਹੋਵੇ ਜੀ ਜ਼ਿਆਦਾ ਹੋਵੇ। ਠੀਕ ਨਾ, ਕਿ ਪਲੱਸ ਕਿਹਾ ਜੀ ਆਪਾਂ ਪੂਰਾ ਸਟੱਡੀ ਕਰਕੇ ਉਹਨਾਂ ਵਿੱਚ ਸਿਲੈਕਸ਼ਨ ਕਰਨੀ ਆ ਕਿ ਕਿਹਦੇ ਵਿੱਚ ਆਪਾਂ ਇਨਵੈਸਟਮੈਂਟ ਕਰੀਏ ਜਿਹਦੇ ਵਿੱਚ ਸਾਨੂੰ ਪ੍ਰੋਫਿਟ ਕੀ ਹੋਵੇ ਜੀ ਜ਼ਿਆਦਾ ਹੋਵੇ। ਠੀਕ ਨਾ, ਅੱਗੇ ਬੇਟਾ ਹੈਗਾ ਉਹ ਚੌਥੇ ਨੰਬਰ 'ਤੇ ਕਹਿੰਦਾ ਬ੍ਰਿੰਗ ਸਮੂਥਨੈਸ ਇਨ ਦੀ ਓਪਰੇਸ਼ਨ ਐਕਟੀਵਿਟੀ। ਉਹੀ ਆ ਬੇਟਾ ਕਿ ਪਲੱਸ ਕਿਹਾ ਜੀ ਫਾਈਨੈਂਸਿੰਗ ਪਲੈਨਿੰਗ ਦੇ ਨਾਲ ਪਹਿਲਾਂ ਤੋਂ ਹੀ ਅਸੀਂ ਕਿ ਜਿਹੜੇ ਕਿਹਾ ਜੀ ਫਿਨਾਂਸ ਦਾ ਪ੍ਰਬੰਧ ਕੀਤਾ ਹੁੰਦਾ, ਅਤੇ ਸਾਨੂੰ ਪਤਾ ਲੱਗ ਜਾਂਦਾ ਫਾਈਨੈਂਸ਼ੀਅਲ ਜਿਹੜੇ ਡਿਸੀਜਨ ਲੈਣੇ ਹੁੰਦੇ ਆ ਨਾ ਉਹ ਕਿਹਾ ਜੀ ਮਤਲਬ ਕਿਹਾ ਜੀ ਆਪਾਂ ਰਾਈਟ ਟਾਈਮ 'ਤੇ ਰਾਈਟ ਡਿਸੀਜਨ ਲੈਂਦੇ ਹਾਂ।
ਠੀਕ ਨਾ। ਜਿਹਦੇ ਨਾਲ ਕਿਆ ਜੀ ਜਿੰਨੀਆਂ ਵੀ ਸਾਡੀ ਐਕਟੀਵਿਟੀਆਂ ਹੈਗੀਆਂ ਆ ਉਹ ਪ੍ਰੋਪਰ ਤਰੀਕੇ ਨਾਲ ਚੱਲਦੀਆਂ ਰਹਿੰਦੀਆਂ ਅਤੇ ਕੈਸ਼ ਦਾ ਇਨਫਲੋ ਕਿਆ ਜੀ ਡੇ ਟੂ ਡੇ ਐਕਟੀਵਿਟੀ ਨੂੰ ਪ੍ਰੋਪਰ ਮਿਲਦਾ ਰਹਿੰਦਾ। ਇਹ ਨਹੀਂ ਹੁੰਦਾ ਕਿ ਉੱਧਰੋਂ ਸਾਨੂੰ ਕਿਆ ਜੀ ਪੈਸੇ ਦੀ ਲੋੜ ਹੁੰਦੀ, ਉੱਧਰੋਂ ਆਪਾਂ ਕਿਆ ਡਿਸਾਈਡ ਕਰਨਾ ਆਪਾਂ ਦੇ ਪੈਸਾ ਕਿੱਥੋਂ ਇਕੱਠਾ ਕਰੀਏ, ਕਿਹੜੇ ਮੈਥਡ ਨਾਲ ਕਰੀਏ, ਇੰਟਰਸਟ ਲਈਏ, ਲੋਨ ਲਈਏ ਜਾਂ ਫਿਰ ਕਿਆ ਜੀ ਆਪਾਂ ਓਨਰ ਦੇ ਫੰਡ ਨੂੰ ਯੂਜ਼ ਕਰੀਏ। ਠੀਕ ਨਾ। ਕਿ ਪਲੱਸ ਕਿਆ ਜੀ ਕਿ ਇਹਦੇ ਨਾਲ ਕੀ ਹੁੰਦਾ ਜੀ ਕਿ ਸਾਨੂੰ ਪ੍ਰੋਪਰ ਟਾਈਮ 'ਤੇ ਕਿਆ ਜੀ ਜਿਹੜਾ ਸਾਨੂੰ ਕੈਸ਼ ਦੀ ਲੋੜ ਹੁੰਦੀ ਪ੍ਰੋਪਰ ਕਿਆ ਜੀ ਉਹ ਸਾਨੂੰ ਆਉਂਦਾ ਰਹਿੰਦਾ ਹੈ ਅਤੇ ਅਸੀਂ ਉਹਨੂੰ ਕਿਆ ਜੀ ਯੂਜ਼ ਕਰਦੇ ਰਹਿੰਦੇ, ਸਾਡੀ ਐਕਟੀਵਿਟੀ ਕੋਈ ਵੀ ਰੁਕਦੀ ਨਹੀਂ ਹੈਗੀ। ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ 5 ਮਿੰਟ ਦਾ ਕਹਿੰਦਾ ਵੇਜ਼ ਫੋਰ ਦੀ ਫਾਈਨੈਂਸ਼ੀਅਲ ਕੰਟਰੋਲ। ਕਿ ਪਲੱਸ ਕਿਆ ਜੀ ਕਿ ਇਹਦੇ ਨਾਲ ਜਿਹੜਾ ਹੈ ਨਾ ਸਾਡਾ ਫਾਈਨੈਂਸ਼ੀਅਲ ਕੰਟਰੋਲ ਵੀ ਰਹਿੰਦਾ ਆ। ਠੀਕ ਨਾ। ਕਿ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਫਾਈਨੈਂਸ਼ੀਅਲ ਪਲੈਨਿੰਗ ਹੁੰਦਾ ਆ ਉਹਦੇ ਵਿੱਚ ਆਪਾਂ ਕਿਆ ਹੈਗਾ ਜੀ ਪ੍ਰੋਪਰ ਫਾਈਨੈਂਸ਼ੀਅਲ ਐਕਟੀਵਿਟੀ 'ਤੇ ਕੰਟਰੋਲ ਕਰਦੇ। ਜਿੱਦਾਂ ਮਤਲਬ ਕਿ ਜੀ ਕੰਟਰੋਲਿੰਗ ਦੇ ਵਿੱਚ ਅਸੀਂ ਚੈੱਕ ਕਰਨਾ ਹੁੰਦਾ, ਕੰਪੇਅਰ ਕਰਨਾ ਹੁੰਦਾ ਕਿ ਜਿਹੜੀਆਂ ਐਕਚੁਅਲ ਐਕਟੀਵਿਟੀਆਂ ਆ ਉਹ ਸਾਡੀਆਂ ਜਿਹੜੀਆਂ ਐਸਟੀਮੇਟ ਆਪਾਂ ਲਾਏ ਸੀ ਉਹਦੇ ਮੁਤਾਬਕ ਹੋ ਰਹੀਆਂ ਆ ਜਾਂ ਨਹੀਂ। ਜਿੱਦਾਂ ਮਤਲਬ ਕਿ ਜੀ ਮਤਲਬ ਇੱਕ ਸਾਡੇ ਰੈਵਨਿਊ ਹੋਣੇ, ਇੱਕ ਸਾਡੇ ਕਿਆ ਹੋਣੀ ਆ ਜੀ ਖਰਚ ਹੋਣੇ, ਕੋਸਟ ਹੋਣੇ। ਕਿ ਪਲੱਸ ਕਿਆ ਜੀ ਐਕਚੁਅਲ ਸਾਡੀ ਰੈਵਨਿਊ ਕੀ ਆ ਉਹ ਸਾਡੀ ਐਸਟੀਮੇਟ ਰੈਵਨਿਊ ਦੇ ਅਕੋਰਡਿੰਗ ਟੂ ਚੱਲ ਰਹੀ ਆ, ਜੇ ਨਹੀਂ ਚੱਲ ਰਹੀ ਆ ਤਾਂ ਉਹਦੇ ਮੁਤਾਬਕ ਆਪਾਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਕੇ ਲੈ ਕੇ ਜਾਣਾ। ਇਸੇ ਤਰ੍ਹਾਂ ਸਾਡੀ ਕੋਸਟ ਵਾ ਕਿ ਜਦੋਂ ਵੀ ਆਪਾਂ ਕੋਈ ਖਰਚਾ ਕਰਨਾ ਹੁੰਦਾ ਪਹਿਲਾਂ ਕੀ ਕਰ ਲੈਂਦੇ ਜੀ ਆਪਾਂ ਐਸਟੀਮੇਟ ਲਾ ਲੈਂਦੇ। ਠੀਕ ਨਾ। ਕਿ ਅਸੀਂ ਕਿਉਂਕਿ ਅਸੀਂ ਸਾਡੇ ਜਿਹੜਾ ਮਤਲਬ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਮੇਨ ਉਹਦਾ ਕੀ ਹੁੰਦਾ ਆਪਾਂ ਐਡਵਾਂਸ ਵਿੱਚ ਇਹ ਦੇਖਿਆ ਹੁੰਦਾ ਕਿ ਕਿਹੜੀ ਚੀਜ਼ 'ਤੇ ਆਪਾਂ ਕਿੰਨਾ ਪੈਸਾ ਖਰਚ ਕਰਨਾ, ਕਿੱਥੋਂ ਸਾਨੂੰ ਪੈਸਾ ਇੰਨਾ ਆਉਣਾ ਆ। ਫਿਰ ਅਸੀਂ ਦੇਖਣਾ ਕਿ ਜੇ ਸਾਡਾ ਉਹਦੇ ਮੁਤਾਬਕ ਨਹੀਂ ਹੈਗਾ ਤਾਂ ਉਸ ਚੀਜ਼ ਨੂੰ ਕਿੱਦਾਂ ਕੰਟਰੋਲ ਕਰੀਏ ਜਿਹਦੇ ਨਾਲ ਕਿਆ ਜੀ ਸਾਡੀਆਂ ਫਾਈਨੈਂਸ਼ੀਅਲ ਰਿਕੁਆਇਰਮੈਂਟ ਨੂੰ ਅਸੀਂ ਕਿਆ ਕਰ ਸਕੀਏ ਜੀ ਪੂਰਾ ਕਰ ਸਕੀਏ। ਠੀਕ ਨਾ। ਕਿ ਮਤਲਬ ਕਿਆ ਜੀ ਇਹਦੇ ਨਾਲ ਕੀ ਕਰਦੇ ਹਾਂ ਜੀ ਆਪਾਂ ਜਿਹੜੀਆਂ ਸਾਡਾ ਫਾਈਨੈਂਸ਼ੀਅਲ 'ਤੇ ਕੰਟਰੋਲ ਵੀ ਰਹਿੰਦਾ, ਨਾ ਸਾਡਾ ਪੈਸਾ ਜ਼ਿਆਦਾ ਖਰਚ ਹੁੰਦਾ ਆ। ਠੀਕ ਨਾ। ਔਰ ਨਾ ਹੀ ਸਾਡਾ ਕਿਆ ਜੀ ਪੈਸਾ ਮਰਦਾ। ਜੇ ਸਾਨੂੰ ਲੱਗਦਾ ਹੈ ਨਾ ਕਿ ਸਾਡਾ ਕਿਆ ਜੀ ਪੈਸਾ 'ਤੇ ਜ਼ਿਆਦਾ ਖਰਚ ਹੋ ਰਿਹਾ ਆ ਤਾਂ ਆਪਾਂ ਉਸ ਖਰਚ ਨੂੰ ਕੀ ਕਰ ਦਿੰਦੇ ਹਾਂ ਜੀ ਘਟਾ ਦਿੰਦੇ ਹਾਂ। ਖਰਚ ਨੂੰ ਕੀ ਕਰ ਦਿੰਦੇ ਹਾਂ ਜੀ ਘਟਾ ਦਿੰਦੇ। ਜੇ ਸਾਨੂੰ ਕਿਤੇ ਲੱਗਦਾ ਸਾਡੀ ਆਮਦਨ ਘਟਦੀ ਆ ਅਤੇ ਅਸੀਂ ਕਿਆ ਜੀ ਉਸ ਆਮਦਨ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਗਲਾ ਬੇਟਾ ਹੈਗਾ ਕਹਿੰਦਾ ਅਵਾਇਡ ਬੈਲੈਂਸ ਸ਼ੌਕ ਐਂਡ ਸਰਪ੍ਰਾਈਜ਼। ਪਲੱਸ ਕਿਆ ਜੀ ਕਿ ਜਿਹੜੇ ਹੈ ਨਾ ਮਤਲਬ ਕਿਆ ਜੀ ਬਿਜ਼ਨਸ ਦੇ ਵਿੱਚ ਠੀਕ ਨਾ ਅਵਾਇਡ ਕਿਆ ਜੀ ਬਿਜ਼ਨਸ ਸ਼ੌਕ ਜਾਂ ਫਿਰ ਸਰਪ੍ਰਾਈਜ਼ ਨੂੰ ਹੁੰਦਾ ਕਿ ਜਿੱਦਾਂ ਨਾ ਮਤਲਬ ਜਿਹੜਾ ਮਤਲਬ ਪਹਿਲਾਂ ਕਿਹਾ ਸੀ ਕਿ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਅਸੀਂ ਪਹਿਲਾਂ ਤੋਂ ਹੀ ਐਡਵਾਂਸ ਵਿੱਚ ਦੇਖਣਾ ਕਿ ਸਾਡੇ ਬਿਜ਼ਨਸ ਦੀਆਂ ਰਿਕੁਆਇਰਮੈਂਟਾਂ ਕੀ ਆ। ਇਹਨਾਂ ਕੀ ਹੁੰਦਾ ਕਿ ਜਦੋਂ ਨਾ ਸਾਨੂੰ ਮਤਲਬ ਅਨਸਰਟਨ ਕੰਡੀਸ਼ਨ ਆ ਗਈ ਜਾਂ ਫਿਰ ਯਕਦਮ ਕੋਈ ਬਿਜ਼ਨਸ ਦੇ ਵਿੱਚ ਮੰਨ ਲਓ ਪ੍ਰੋਬਲਮ ਆ ਜਾਂਦੀ ਆ ਤਾਂ ਉਹਨੂੰ ਆਪਾਂ ਕੀ ਕਰ ਸਕਦੇ ਹਾਂ ਜੀ ਅਵੋਇਡ ਕਰ ਸਕਦੇ ਹਾਂ। ਠੀਕ ਨਾ। ਹੁਣ ਬੇਟਾ ਜਿੱਦਾਂ ਮੰਨ ਲਓ ਕਿ ਜੀ ਹੁਣ ਲੋਕਡਾਊਨ ਹੋਇਆ, ਕਈ ਬਿਜ਼ਨਸ ਵਾਲਿਆਂ ਨੂੰ ਪਤਾ ਨਹੀਂ ਸੀਗਾ ਲੋਕਡਾਊਨ ਹੋਣਾ, ਪਰ ਜੇ ਉਹਨੇ ਪਹਿਲਾਂ ਤੋਂ ਫਾਈਨਾਂਸ ਦਾ ਸਹੀ ਪ੍ਰਬੰਧ ਕਰ ਰੱਖਿਆ ਆ ਤਾਂ ਆਪਣੀ ਜਿਹੜੀਆਂ ਫਾਈਨੈਂਸ਼ੀਅਲ ਐਕਟੀਵਿਟੀਆਂ ਉਹਨਾਂ ਨੂੰ ਰੁਕਣ ਨਹੀਂ ਦੇਣਗੇ। ਠੀਕ ਨਾ। ਕਿ ਪਲੱਸ ਕਿਹਾ ਜੀ ਕੰਮ ਉਹਨਾਂ ਦਾ ਕਿਹਾ ਜੀ ਚੱਲਦਾ ਰਹਿਣਾ। ਇਸ ਕਰਕੇ ਕਿਹਾ ਜੀ ਕਿ ਜਿਹੜੀਆਂ ਨਾ ਮਤਲਬ ਕਿਹਾ ਜੀ ਕੋਈ ਸਰਪ੍ਰਾਈਜ਼ ਹੁੰਦੇ, ਕੋਈ ਸ਼ੌਕ ਹੁੰਦੇ, ਯਕਦਮ ਸਾਨੂੰ ਕਿਹਾ ਜੀ ਖਰਚੇ ਪੈ ਜਾਂਦੇ ਆ। ਜਿੱਦਾਂ ਮਤਲਬ ਫੋਰ ਐਗਜ਼ਾਮਪਲ ਸਾਡੀ ਮਸ਼ੀਨ ਚਲਦੀ ਖਰਾਬ ਹੋ ਗਈ, ਸਾਨੂੰ ਯਕਦਮ ਮਸ਼ੀਨ ਖਰੀਦਣੀ ਪੈ ਗਈ ਤਾਂ ਅਸੀਂ ਕਿਹਾ ਜੇ ਉਹ ਤੋਂ ਪਹਿਲਾਂ ਦੀ ਫਾਈਨਾਂਸ ਪਲੈਨਿੰਗ ਰੱਖੀ ਹੋਊਗੀ, ਪਹਿਲਾਂ ਤੋਂ ਮਸ਼ੀਨਰੀ ਲਈ ਪੈਸਾ ਰੱਖਿਆ ਆ ਤਾਂ ਸਾਨੂੰ ਕਿਹਾ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ। ਠੀਕ ਨਾ। ਉਹ ਤੋਂ ਬੇਟਾ ਅੱਗੇ ਸਾਡੇ ਕੋਲ ਹੈਗਾ 7ਵੇਂ ਨੰਬਰ 'ਤੇ ਹੈਲਪ ਇਨ ਕੋਆਰਡੀਨੇਸ਼ਨ। ਪਲੱਸ ਕਿਹਾ ਜੀ ਕਿ ਜਿਹੜਾ ਸਾਡੇ ਕੋਲ ਹੈ ਨਾ ਮਤਲਬ ਕਿ ਫਾਈਨੈਂਸ਼ੀਅਲ ਪਲੈਨਿੰਗ ਆ ਇਹ ਸਾਨੂੰ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਜਿਹੜਾ ਕੋਆਰਡੀਨੇਸ਼ਨ ਵੀ ਬਣਾ ਕੇ ਰੱਖਦਾ। ਠੀਕ ਨਾ। ਕਿਉਂਕਿ ਬੇਟਾ ਅਲੱਗ-ਅਲੱਗ ਡਿਪਾਰਟਮੈਂਟ ਹੋਣੇ, ਜਿੱਦਾਂ ਪ੍ਰੋਡਕਸ਼ਨ ਡਿਪਾਰਟਮੈਂਟ ਹੋ ਗਿਆ। ਠੀਕ ਨਾ। ਪਲੱਸ ਕਿਹਾ ਜੀ ਸੇਲਸ ਫੰਕਸ਼ਨ ਡਿਪਾਰਟਮੈਂਟ ਹੋ ਗਿਆ। ਠੀਕ ਨਾ। ਅਲੱਗ-ਅਲੱਗ ਮਤਲਬ ਉਹਨਾਂ ਨੂੰ ਕੀ ਕਰਨਾ ਹੈਗਾ ਜੀ ਉਹਨਾਂ ਸਾਰਿਆਂ ਨੂੰ ਫਾਈਨਾਂਸ ਡਿਪਾਰਟਮੈਂਟ ਨੇ ਪ੍ਰੋਪਰ ਟਾਈਮ 'ਤੇ ਟਾਈਮਲੀ ਕਿਹਾ ਜੀ ਕੈਸ਼ ਅਰੇਂਜ ਕਰਾਉਣਾ। ਠੀਕ ਨਾ। ਕਿ ਮਤਲਬ ਕਿਹਾ ਜੀ ਇਹਦਾ ਮੇਨ ਕੰਮ ਹੁੰਦਾ ਕਿ ਕਿਸੇ ਵੀ ਡਿਪਾਰਟਮੈਂਟ ਦਾ ਕੰਮ ਕਿਸੇ ਪੈਸੇ ਦੇ ਕਾਰਨ ਨਾ ਰੁਕੇ। ਠੀਕ ਆ। ਕਿ ਮਤਲਬ ਕਿ ਜੀ ਜਿੱਦਾਂ ਹੁਣ ਮੰਨ ਲਓ ਕਿ ਜੀ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਪਰਚੇਜ ਡਿਪਾਰਟਮੈਂਟ ਨੂੰ ਪੈਸਾ ਚਾਹੀਦਾ, ਪੈਸਾ ਕਿੱਥੋਂ ਆਉਣਾ ਜਿਹੜਾ ਸੇਲ ਕੀਤਾ ਹੋਣਾ ਉਹਦਾ ਆਉਣਾ ਆ। ਤਾਂ ਸੇਲ ਡਿਪਾਰਟਮੈਂਟ ਦੇ ਵਿੱਚ ਮਤਲਬ ਇੱਦਾਂ ਫਾਈਨਾਂਸ ਬਣਾ ਕੇ ਰੱਖਣਾ ਕਿ ਜਿਹੜੀਆਂ ਮਤਲਬ ਪ੍ਰੋਡਕਸ਼ਨ ਡਿਪਾਰਟਮੈਂਟ ਦੀਆਂ ਰਿਕੁਆਇਰਮੈਂਟਾਂ ਆ ਉਹਨੂੰ ਕੀ ਕੀਤਾ ਜਾ ਕੇ ਪੂਰਾ ਮਤਲਬ ਉਹਨਾਂ ਦੇ ਵਿੱਚ ਆਸ ਵਿੱਚ ਐਕਟੀਵਿਟੀ ਨੂੰ ਉਹਨਾਂ ਨੇ ਕੋਆਰਡੀਨੇਸ਼ਨ ਬਣਾ ਕੇ ਰੱਖਣਾ। ਇਹ ਨਾ ਹੋਵੇ ਕਿ ਸਿਰਫ ਆਪਾਂ ਕਹੇ ਜੀ ਮਤਲਬ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਪੈਸਾ ਦੇ ਰਹੇ ਹਾਂ ਲੇਕਿਨ ਸੇਲ ਡਿਪਾਰਟਮੈਂਟ ਨੂੰ ਜਾਂ ਫਿਰ ਹੋਰ ਪਰਚੇਜ ਡਿਪਾਰਟਮੈਂਟ ਨੂੰ ਪ੍ਰੋਪਰ ਪੈਸਾ ਪ੍ਰੋਵਾਈਡ ਨਹੀਂ ਕਰਾ ਰਹੇ। ਹਰੇਕ ਡਿਪਾਰਟਮੈਂਟ ਨੂੰ ਉਹਦੀ ਇੰਪੋਰਟੈਂਸ ਦੇ ਮੁਤਾਬਕ ਉਹਨਾਂ ਨੂੰ ਕੀ ਕਰਨਾ ਜੀ ਕੈਸ਼ ਪ੍ਰੋਵਾਈਡ ਕਰਾਉਣਾ ਔਰ ਸਾਰਿਆਂ ਵਿੱਚ ਕੋਆਰਡੀਨੇਸ਼ਨ ਬਣਾ ਕੇ ਰੱਖਣਾ। ਠੀਕ ਨਾ। ਕਿ ਮਤਲਬ ਇਹ ਨਾ ਹੋਵੇ ਕਿ ਇੱਕ ਡਿਪਾਰਟਮੈਂਟ ਦੀਆਂ ਸਾਰੀਆਂ ਆਪਾਂ ਜ਼ਰੂਰਤਾਂ ਪੂਰੀਆਂ ਕਰੀ ਜਾ ਰਹੇ ਹਾਂ ਲੇਕਿਨ ਦੂਜੇ ਡਿਪਾਰਟਮੈਂਟ ਦੀਆਂ ਕਹਿ ਜੀ ਜ਼ਰੂਰਤਾਂ ਪੂਰੀਆਂ ਨਹੀਂ ਹੋਣੀਆਂ। ਠੀਕ ਨਾ। ਕਿ ਮਤਲਬ ਕਿਸੇ ਵੀ ਤਰ੍ਹਾਂ ਦਾ ਕੀ ਹੈਗਾ ਜੀ ਹੁਣ ਜੇ ਪ੍ਰੋਡਕਸ਼ਨ ਡਿਪਾਰਟਮੈਂਟ ਆ ਜਿੱਦਾਂ ਬੇਟਾ ਉਹਦੇ ਵਿੱਚ ਕਹਿ ਜੀ ਪ੍ਰੋਡਕਸ਼ਨ ਹੋਊਗੀ ਤਦੇ ਅੱਗੇ ਸੇਲ ਡਿਪਾਰਟਮੈਂਟ ਉਹਨੂੰ ਸੇਲ ਕਰੂੰਗਾ। ਠੀਕ ਨਾ। ਜੇ ਪ੍ਰੋਡਕਸ਼ਨ ਵਾਲੇ ਕਰੂੰਗੇ ਤਦੇ ਸੇਲ ਵਧੂਗੀ, ਤਦੇ ਪ੍ਰੋਫਿਟ ਵਧੂਗਾ, ਤਦੇ ਆਪਾਂ ਬਾਕੀ ਨੂੰ ਡਿਵੀਡੈਂਡ ਦਊਂਗੇ। ਠੀਕ ਨਾ। ਇਸ ਕਰਕੇ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਜਿੱਦਾਂ ਮਸ਼ੀਨਰੀ ਲਈ ਲੇਬਰ ਲਈ ਪੈਸੇ ਦੀ ਲੋੜ ਆ ਉਹਨੂੰ ਪ੍ਰੋਪਰ ਟਾਈਮ 'ਤੇ ਕਿਹਾ ਜੀ ਕੈਸ਼
ਅਰੇਂਜ ਕਰਕੇ ਦੇਣਾ ਜਿਹਦੇ ਨਾਲ ਕਿ ਜੀ ਉਹਦਾ ਕੰਮ ਨਾ ਰੁਕੇ, ਜਿਹੜੇ ਬਾਕੀ ਦੇ ਡਿਪਾਰਟਮੈਂਟ ਉਹਨਾਂ ਦੇ ਮਤਲਬ ਡਿਪੈਂਡ ਹੈਗੇ ਆ ਨਾ, ਉਹਨਾਂ ਦਾ ਕੰਮ ਵੀ ਚੱਲਦਾ ਰਹੇ। ਠੀਕ ਨਾ, ਕਿ ਮਤਲਬ ਕਿ ਜੀ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਕੋਆਰਡੀਨੇਸ਼ਨ ਬਣਾ ਕੇ ਰੱਖਣਾ ਕਿ ਜਿਹਦੇ ਨਾਲ ਕਿ ਜੀ ਸਾਰੇ ਇੱਕ ਦੂਜੇ ਦੀਆਂ ਰਿਕੁਆਇਰਮੈਂਟਾਂ ਨੂੰ ਪੂਰੇ ਕਰਦੇ ਹੋਏ ਕਿ ਜੀ ਕੰਮ ਚੱਲਦਾ ਰਹੇ, ਪ੍ਰੋਪਰ ਮਤਲਬ ਰਿਕੁਆਇਰਮੈਂਟ ਦੇ ਅਕੋਰਡਿੰਗ ਟੂ ਉਹਦੀ ਜ਼ਰੂਰਤਾਂ ਨੂੰ ਪੂਰਾ ਕਰਨਾ। ਠੀਕ ਹੈ ਨਾ। ਅੱਗੇ ਬੇਟਾ ਹੈਗਾ ਸਾਡੇ ਕੋਲ ਕੈਪੀਟਲ ਸਟਰਕਚਰ। ਕਿਆ ਜੀ? ਕੈਪੀਟਲ ਸਟਰਕਚਰ। ਕੈਪੀਟਲ ਸਟਰਕਚਰ ਤੋਂ ਮਤਲਬ ਹੈ ਬੇਟਾ ਪ੍ਰਪੋਰਸ਼ਨ ਆਫ ਡੈਟ ਐਂਡ ਇਕੁਇਟੀ ਯੂਜ਼ ਟੂ ਫਾਈਨਾਂਸਿੰਗ ਬਿਜ਼ਨਸ। ਕਿ ਮਤਲਬ ਕਿਆ ਹੈ ਜੀ ਕਿ ਜਿਹੜਾ ਹੈ ਨਾ ਮਤਲਬ ਕਿਆ ਹੈ ਜੀ ਕਿ ਜਿਹੜਾ ਸਾਡਾ ਬਿਜ਼ਨਸ ਲਈ ਫਾਈਨਾਂਸ ਆਪਾਂ ਇਕੱਠਾ ਕੀਤਾ, ਪੈਸਾ ਇਕੱਠਾ ਕੀਤਾ ਜਿਹੜਾ ਬਿਜ਼ਨਸ ਦੇ ਵਿੱਚ ਆਪਾਂ ਵਰਤਣਾ ਆ, ਉਹ ਕਿੰਨਾ ਅਸੀਂ ਡੈਟਸ ਤੋਂ ਲਿਆ ਅਤੇ ਕਿੰਨਾ ਅਸੀਂ ਕਿਹਾ ਜੀ ਇਕੁਇਟੀ ਤੋਂ ਲਿਆ। ਠੀਕ ਹੈ ਨਾ। ਇਕੁਇਟੀ ਮਤਲਬ ਕਿਆ ਜਿਹੜੇ ਓਨਰ ਦੇ ਫੰਡ ਹੋਣੇ ਆ, ਡੈਟਸ ਕਿਹੜਾ ਹੋਣਾ ਆ ਜਿਹੜਾ ਮਤਲਬ ਆਪਾਂ ਬਰੋਡ ਮਨੀ ਵੀ ਕਹਿ ਸਕਦੇ, ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜਾ ਆਪਾਂ ਦੂਜਿਆਂ ਤੋਂ ਉਧਾਰ ਲਿਆ ਹੁੰਦਾ ਪੈਸਾ। ਠੀਕ ਨਾ, ਕਿ ਉਹ ਕਿੰਨਾ ਪ੍ਰਪੋਰਸ਼ਨਲ ਆ। ਜੇ ਸਾਨੂੰ 1 ਲੱਖ ਰੁਪਇਆ ਚਾਹੀਦਾ, ਉਹ 'ਚੋਂ ਮੰਨ ਲਓ ਸਾਡਾ 60,000 ਰੁਪਇਆ ਆਪਾਂ ਇਕੁਇਟੀ ਸ਼ੇਅਰ ਤੋਂ ਇਕੱਠਾ ਕੀਤਾ ਅਤੇ 40,000 ਰੁਪਇਆ ਕਿਆ ਲੈ ਲਿਆ ਜੀ ਆਪਾਂ ਕਿਸ ਤੋਂ ਉਧਾਰ ਲੈ ਲਿਆ। ਠੀਕ ਨਾ, ਫਾਈਨਾਂਸ ਦਾ ਜਿਹੜਾ ਸੀਗਾ ਅਤੇ ਜਿਹੜਾ ਉਹਨਾਂ ਦਾ ਮਤਲਬ ਰੇਸ਼ੋ ਹੁੰਦਾ ਨਾ ਪ੍ਰਪੋਰਸ਼ਨਲ ਹੁੰਦਾ ਆ, ਉਹਨੂੰ ਵੀ ਆਪਾਂ ਕੀ ਕਹਿ ਦਿੰਦੇ ਹਾਂ ਜੀ ਕੈਪੀਟਲ ਸਟਰਕਚਰ ਕਹਿ ਦਿੰਦੇ ਹਾਂ। ਉਹਨੂੰ ਕੀ ਕਹਿ ਦਿੰਦੇ ਹਾਂ ਜੀ ਕੈਪੀਟਲ ਸਟਰਕਚਰ। ਕਿ ਜਿਹੜਾ ਬਿਜ਼ਨਸ ਦੇ ਵਿੱਚ ਫਾਈਨਾਂਸ ਵਰਤਿਆ ਜਾਣਾ ਆ, ਉਹ ਵਾਲਾ ਫਾਈਨਾਂਸ ਅਸੀਂ ਕਿੱਥੋਂ ਕਿਹਾ ਜੀ ਕਰੈਕਟ ਕੀਤਾ, ਕਿਹੜੇ ਸੋਰਸਿਸ ਤੋਂ ਲਿਆ। ਮੇਨ ਕਰਕੇ ਬੇਟਾ ਸਾਡੇ ਕੋਲ 2 ਸੋਰਸਿਸ ਹੀ ਹੁੰਦੇ, ਇੱਕ ਹੁੰਦੇ ਡੈਟਸ, ਇੱਕ ਹੁੰਦੇ ਕਿਹੜੇ ਜੀ ਇਕੁਇਟੀ। ਠੀਕ ਨਾ। ਡੈਟਸ ਦਾ ਮਤਲਬ ਹੁੰਦਾ ਕਿ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਕਿਹਾ ਜੀ ਕੋਈ ਵੀ ਲੋਨ, ਇੱਕ ਤਰ੍ਹਾਂ ਦਾ ਕਿਆ ਕਹਿੰਦੇ ਲੋਨ ਲਿਆ ਜਾਂ ਕਿਸ ਤੋਂ ਉਧਾਰ ਲਿਆ। ਠੀਕ ਨਾ, ਜਿਹਦੇ 'ਤੇ ਆਪਾਂ ਇੰਟਰਸਟ ਪੇਡ ਕਰ, ਉਹਦੇ ਬੇਟਾ ਜ਼ਿਆਦਾਤਰ ਕਿਆ ਹੁੰਦੀ ਹੈ ਜੀ ਲੋਨ ਹੁੰਦੇ ਆ ਜਾਂ ਫਿਰ ਕਿਆ ਜੀ ਡਿਵੈਂਚਰ ਇਸ਼ੂ ਕਰਦੇ ਆ ਬਿਜ਼ਨਸ ਦੁਆਰਾ, ਕਿਸੇ ਕੰਪਨੀ ਦੁਆਰਾ। ਉਹ ਕਿਆ ਹੈਗਾ ਜੀ ਜਾਂ ਕਿਸੇ ਫਰਮ ਤੋਂ ਜਾਂ ਬੈਂਕ ਤੋਂ ਲੈ ਲਿਆ, ਇੰਸਟੀਟਿਊਟ ਤੋਂ ਲੈ ਲਿਆ, ਜਾਂ ਕਿਸੇ ਪਰਸਨ ਤੋਂ ਲੈ ਲਿਆ, ਲੋਨ ਲੈ ਲੈਂਦੇ ਹਾਂ, ਜਾਂ ਫਿਰ ਆਪਾਂ ਪਬਲਿਕ ਨੂੰ ਕੀ ਕਰਦੇ ਹਾਂ ਜੀ ਡਿਵੈਂਚਰ ਇਸ਼ੂ ਕਰਦੇ ਹਾਂ। ਦੂਜੇ ਪਾਸੇ ਜਿਹੜੇ ਇਕੁਇਟੀ ਹੁੰਦੇ ਆ ਉਹਦੇ ਵਿੱਚ ਕੀ ਹੁੰਦੇ ਆ ਜੀ ਜਾਂ ਤਾਂ ਆਪਾਂ ਸ਼ੇਅਰ ਇਸ਼ੂ ਕਰਦੇ ਹਾਂ, ਜਾਂ ਅਸੀਂ ਕੀ ਕਰਦੇ ਹਾਂ ਜੀ ਸ਼ੇਅਰ ਇਸ਼ੂ ਕਰਦੇ ਹਾਂ, ਜਾਂ ਜਿਹੜੀ ਰਿਟਰਨ ਅਰਨਿੰਗ ਦਾ ਮਤਲਬ ਹੁੰਦਾ ਕਿ ਜਿਹੜਾ ਪਿਛਲੇ ਸਾਲਾਂ ਦਾ ਕੀ ਪਿਆ ਜੀ ਸਾਡੇ ਕੋਲ ਪ੍ਰੋਫਿਟ ਪਿਆ ਆ, ਉਹਨੂੰ ਹੀ ਦੁਬਾਰਾ ਆਪਾਂ ਬਿਜ਼ਨਸ ਦੇ ਵਿੱਚ ਕੀ ਕਰ ਦਿੰਦੇ ਹਾਂ ਜੀ ਇਨਵੈਸਟ ਕਰ ਦਿੰਦੇ ਹਾਂ। ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ ਜਿਹੜੇ ਸਾਡੇ ਡੈਟਸ ਹੁੰਦੇ ਆ, ਇਹਦੇ ਵਿੱਚ ਸਾਡੇ ਕਿਹੜੀ ਕੋਸਟ ਕਿਹੜੀ ਹੁੰਦੀ ਹੈ ਜੀ ਘੱਟ ਹੁੰਦੀ ਆ। ਕੋਸਟ ਕੀ ਹੁੰਦੀ ਹੈ ਜੀ ਘੱਟ ਹੁੰਦੀ ਆ, ਕਿਉਂਕਿ ਅਸੀਂ ਕਿਸ ਤੋਂ ਉਧਾਰ ਲੈਣਾ ਸਾਨੂੰ ਬੈਂਕ ਤੋਂ ਲੋਨ ਮਿਲ ਜਾਣਾ। ਲੇਕਿਨ ਦੂਜੇ ਪਾਸੇ ਜਿਹੜਾ ਇਕੁਇਟੀ ਹੁੰਦਾ ਆ ਉਹ ਕੀ ਹੁੰਦਾ ਜੀ ਐਕਸਪੈਂਸਿਵ ਕਿੱਦਾਂ, ਉਹ 'ਤੇ ਖਰਚਾ ਆਉਂਦਾ ਹੁੰਦਾ। ਇਕੁਇਟੀ ਸ਼ੇਅਰ ਕਰਨੇ, ਕਿਸੇ ਨੂੰ ਕਮਿਸ਼ਨ ਦੇਣਾ, ਕੋਈ ਆਪਾਂ ਬੰਦਾ ਅਪਾਇੰਟ ਕਰਾਂਗੇ ਸਾਡੇ ਸ਼ੇਅਰ ਵੇਚੋ, ਸਾਨੂੰ ਸ਼ੇਅਰ ਤੋਂ ਪੈਸਾ ਕਲੈਕਟ ਕਰਕੇ ਤੇ ਉਹਦਾ ਮਤਲਬ ਖਰਚਾ ਆਉਂਦਾ ਹੁੰਦਾ। ਠੀਕ ਨਾ। ਦੂਜੇ ਨੰਬਰ 'ਤੇ ਬੇਟਾ ਜਿਹੜਾ ਡੈਟਸ ਹੁੰਦੇ ਆ ਉਹ ਕੀ ਹੁੰਦੀ ਆ ਜੀ ਰਿਸਕੀ ਹੁੰਦੀ ਆ। ਕੀ ਹੁੰਦੀ ਆ ਜੀ ਰਿਸਕੀ। ਕਾਹਤੇ ਜੀ ਕਰਕੇ ਬੇਟਾ ਕੱਲ੍ਹ ਨੂੰ ਸਾਨੂੰ ਮਤਲਬ ਹੈ ਨਾ ਜੇ ਬਿਜ਼ਨਸ ਦੇ ਵਿੱਚ ਲੋਸ ਹੋ ਜਾਂਦਾ ਆ, ਠੀਕ ਨਾ, ਸਾਨੂੰ ਉਹਦਾ ਇੰਟਰਸਟ ਪੇਡ ਕਰਨਾ ਹੀ ਕਰਨਾ ਪੈਣਾ, ਚਾਹੇ ਬਿਜ਼ਨਸ ਵਿੱਚ ਲੋਸ ਹੋਵੇ ਚਾਹੇ ਪ੍ਰੋਫਿਟ ਹੋਵੇ। ਜਿਹੜਾ ਆਪਾਂ ਲੋਨ ਲਿਆ ਆ ਜੋ ਉਹਦਾ ਟਾਈਮ ਹੈਗਾ ਆ ਉਸ ਟਾਈਮ 'ਤੇ ਸਾਨੂੰ ਉਹਨੂੰ ਕਿਹਾ ਜੀ ਇੰਟਰਸਟ ਪੇਡ ਕਰਨਾ ਹੀ ਪੈਂਦਾ। ਇਹ ਕੰਪਲਸਰੀ ਹੁੰਦਾ। ਠੀਕ ਹੈ ਨਾ। ਇਹ ਕੀ ਹੁੰਦਾ ਜੀ ਕੰਪਲਸਰੀ ਹੁੰਦਾ, ਚਾਹੇ ਜਿੱਥੋਂ ਪਰ ਆਪਾਂ ਆਪਣਾ ਬਿਜ਼ਨਸ ਵੇਚ ਕੇ ਜਿੱਦਾਂ ਮਰਜ਼ੀ ਕਰੀਏ। ਠੀਕ ਨਾ। ਮੰਨ ਲਓ ਬਾਈ ਚਾਂਸ ਜੇ ਅਸੀਂ ਉਹਦੀ ਲੋਨ ਦੀ ਪ੍ਰਿੰਸੀਪਲ ਅਮਾਊਂਟ ਵੀ ਦੇਣ ਤੋਂ ਰਹਿ ਜਾਂਦੇ ਹਾਂ, ਪ੍ਰਿੰਸੀਪਲ ਅਮਾਊਂਟ ਵੀ ਪੇਡ ਨਹੀਂ ਕਰਦੇ ਹੈਗੇ, ਤਾਂ ਬੇਟਾ ਉਹ ਸਾਡੀ ਕਿਹਾ ਜੀ ਸਿਕਿਉਰਿਟੀ 'ਤੇ ਕਲੇਮ ਕਰ ਸਕਦਾ। ਸਾਡੀ ਸਿਕਿਉਰਿਟੀ 'ਤੇ ਉਹਨੂੰ ਪੂਰਾ ਕਲੇਮ ਹੁੰਦਾ, ਸਾਡੀ ਕੰਪਨੀ ਦੀ ਸਿਕਿਉਰਿਟੀ ਨੂੰ ਵੇਚ ਕੇ ਉਹ ਤੋਂ ਆਪਣਾ ਪੈਸਾ ਪੂਰਾ ਕਰ ਸਕਦਾ। ਲੇਕਿਨ ਦੂਜੇ ਪਾਸੇ ਜਿਹੜਾ ਮਤਲਬ ਸ਼ੇਅਰ ਹੁੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਹਿ ਜੀ ਕੰਪਲਸਰੀ ਨਹੀਂ ਹੁੰਦਾ ਕਿ ਉਹਨਾਂ ਨੇ ਡਿਵੀਡੈਂਡ ਦੇਣਾ ਹੀ ਦੇਣਾ। ਕਈ ਵੇਲੇ ਪ੍ਰੋਫਿਟ ਹੋਣ 'ਤੇ ਵੀ ਅਸੀਂ ਉਹਨਾਂ ਨੂੰ ਡਿਵੀਡੈਂਡ ਪੇਡ ਨਹੀਂ ਕਰ। ਲੇਕਿਨ ਦੂਜੇ ਪਾਸੇ ਜਿਹੜਾ ਮਤਲਬ ਲੋਨ ਹੁੰਦਾ ਉਹ ਬੇਟਾ ਜ਼ਿਆਦਾ ਰਿਸਕੀ ਹੁੰਦਾ, ਪਲੱਸ ਕਹਿ ਜੀ ਉਹਦੇ ਵਿੱਚ ਕਹਿ ਜੀ ਸਾਨੂੰ ਜ਼ਿਆਦਾ ਕਹਿ ਜੀ ਉਹਨਾਂ ਨੂੰ ਕਹਿ ਜੀ ਇੰਟਰਸਟ ਪੇਡ ਕਰਨਾ ਹੀ ਕਰਨਾ। ਇਸ ਕਰਕੇ ਇਕੁਇਟੀ ਜਿਹੜਾ ਕੀ ਹੁੰਦਾ ਸੇਫ ਹੁੰਦਾ ਆ, ਕਰਕੇ ਇਹਦੇ ਵਿੱਚ ਜਿਹੜਾ ਉਹਨੂੰ ਸ਼ੇਅਰ ਹੋਲਡਰ ਨੂੰ ਜਾਂ ਇਕੁਇਟੀ ਹੋਲਡਰ ਨੂੰ ਜਿਹੜਾ ਡਿਵੀਡੈਂਡ ਪੇਡ ਕਰਨਾ ਹੁੰਦਾ ਨਾ ਉਹ ਕੰਪਲਸਰੀ ਨਹੀਂ ਹੁੰਦਾ। ਜੇ ਸਾਨੂੰ ਪ੍ਰੋਫਿਟ ਹੋਇਆ, ਜੇ ਸਾਡੀਆਂ ਇਕਨੋਮਿਕ ਕੰਡੀਸ਼ਨਾਂ ਠੀਕ ਆ ਤਾਂ ਆਪਾਂ ਉਹਨਾਂ ਨੂੰ ਕਹਿ ਜੀ ਡਿਵੀਡੈਂਡ ਪੇਡ ਕਰ ਸਕਦੇ ਹਾਂ, ਨਹੀਂ ਤਾਂ ਕਹਿ ਜੀ ਉਹਨੂੰ ਆਪਾਂ ਕਹਿ ਜੀ ਛੱਡ ਵੀ ਸਕਦੇ ਹਾਂ। ਠੀਕ ਨਾ। ਕਿ ਮਤਲਬ ਕਹਿ ਜੀ ਕਿ ਜਿਹੜਾ ਮਤਲਬ ਕਹਿ ਜੀ ਸਾਡੇ ਕੋਲ ਹੈਗਾ ਆ ਕਿ ਡਿਵੀਡੈਂਡ ਜ਼ਰੂਰੀ ਨਹੀਂ ਆਪਾਂ ਪੇਡ ਕਰਨਾ। ਠੀਕ ਨਾ। ਇਸ ਕਰਕੇ ਕੁਛ ਹੈਗੇ ਆ ਜਿਨ੍ਹਾਂ ਵਿੱਚ ਆਪਾਂ ਕਹਿ ਜੀ ਡੈਬਿਟ ਤੋਂ ਲੈਂਦੇ ਹਾਂ, ਉਹਦੀ ਕੋਸਟ ਘੱਟ ਹੁੰਦੀ ਆ। ਠੀਕ ਨਾ। ਕੁਛ ਕੰਡੀਸ਼ਨ ਇੱਦਾਂ ਆ ਜਿਨ੍ਹਾਂ ਵਿੱਚ ਪੈਸਾ ਆਪਾਂ ਕਹਿ ਜੀ ਇਕੁਇਟੀ ਸ਼ੇਅਰ ਤੋਂ ਲੈਣਾ ਕਰਕੇ ਕੀ ਹੁੰਦੇ ਆ ਜੀ ਸੇਫ ਹੁੰਦੇ ਆ। ਔਰ ਜ਼ਿਆਦਾਤਰ ਬੇਟਾ ਬਿਜ਼ਨਸ ਦੇ ਵਿੱਚ ਇਕੁਇਟੀ ਨੂੰ ਪ੍ਰੈਫਰ ਕਰਕੇ ਸੇਫ ਵੀ ਹੁੰਦਾ ਹੈ। ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ ਬੈਸਟ ਕੈਪੀਟਲ ਸਟਰਕਚਰ ਵਿਚ ਇਨਕਰੀਜ਼ ਦੀ ਪ੍ਰਾਈਸ ਆਫ ਦੀ ਇਕੁਇਟੀ ਸ਼ੇਅਰ। ਠੀਕ ਨਾ। ਕਿਹੜਾ ਕੈਪੀਟਲ ਸਟਰਕਚਰ ਵਧੀਆ ਆ, ਠੀਕ ਨਾ, ਕਿ ਜਿਹਦੇ ਵਿੱਚ ਸਾਡੀ ਕਹਿ ਜੀ ਮਤਲਬ ਕਹਿ ਜੀ ਇੱਕ ਨਾ ਵਧੀਆ ਜਿਹੜਾ ਕੈਪੀਟਲ ਸਟਰਕਚਰ ਉਹੀ ਹੋਊਗਾ ਜਿਹਦੇ ਵਿੱਚ ਬੇਟਾ ਸਾਡਾ ਇਕੁਇਟੀ ਸ਼ੇਅਰ ਦਾ ਪ੍ਰਾਈਸ ਕੀ ਹੋਵੇ ਜੀ ਇਨਕਰੀਜ਼ ਹੋਵੇ।
ਇਕੁਇਟੀ ਸ਼ੇਅਰ ਦਾ ਪ੍ਰਾਈਸ ਕਿਆ ਜੀ ਇਨਕਰੀਜ਼। ਇਸੇ ਕਰਕੇ ਅਸੀਂ ਉਸ ਸਟਰਕਚਰ ਕੈਪੀਟਲ ਸਟਰਕਚਰ ਨੂੰ ਵਧੀਆ ਮੰਨਦੇ ਹਾਂ ਜਿਹਦੇ ਵਿੱਚ ਸਾਡੇ ਕਿਆ ਜੀ ਅਰਨਿੰਗ ਪਰ ਸ਼ੇਅਰ ਕੀ ਹੋਵੇ ਜੀ ਮੈਕਸੀਮਮ, ਯਾਨੀ ਕਿ ਜਿਹੜਾ ਸ਼ੇਅਰ ਨੂੰ ਪੈਸਾ ਆਉਣਾ ਆ ਉਹ ਕੀ ਹੋਣਾ ਚਾਹੀਦਾ ਜੀ ਮੈਕਸੀਮਮ ਹੋਣਾ ਚਾਹੀਦਾ ਆ, ਠੀਕ ਨਾ। ਯਾਨੀ ਕਿ ਅਰਨਿੰਗ ਪਰ ਸ਼ੇਅਰ ਕੀ ਹੋਵੇ ਜੀ ਮੈਕਸੀਮਮ ਹੋਵੇ, ਠੀਕ ਹੈ ਬੇਟਾ। ਉਹ ਤੋਂ ਬੇਟਾ ਅੱਗੇ ਹੈਗਾ ਸਾਡੇ ਕੋਲ ਫੈਕਟਰਸ ਡਿਟਰਮਿਨ ਦੀ ਕੈਪੀਟਲ ਸਟਰਕਚਰ, ਮਤਲਬ ਉਹ ਵਾਲੇ ਫੈਕਟਰ ਜਿਹੜੇ ਕੀ ਕਰਦੇ ਹੈਗੇ ਆ ਇਹ ਡਿਟਰਮਿਨ ਕਰਦੇ ਆ ਕਿ ਸਾਡਾ ਕੈਪੀਟਲ ਸਟਰਕਚਰ ਕਿੱਦਾਂ ਦਾ ਹੋਣਾ ਚਾਹੀਦਾ, ਠੀਕ ਨਾ। ਕਿ ਮਤਲਬ ਕਿ ਜੀ ਜਿਹੜੇ ਸਾਡੇ ਕੈਪੀਟਲ ਸਟਰਕਚਰ ਨੂੰ ਕੀ ਪਾਉਂਦੇ ਆ ਜੀ ਫਰਕ ਪਾਉਂਦੇ ਆ। ਕੈਪੀਟਲ ਸਟਰਕਚਰ ਮਤਲਬ ਬੇਟਾ ਮਤਲਬ ਕਿਆ ਜੀ ਆਪਾਂ ਇਕੁਇਟੀ ਤੋਂ ਕਿੰਨਾ ਪੈਸਾ ਲੈਣਾ ਆ ਤੇ ਲੋਨ ਤੋਂ ਕਿੰਨਾ, ਠੀਕ ਨਾ। ਕਿ ਮਤਲਬ ਕਿਆ ਜੀ ਓਨਰ ਫੰਡ ਤੋਂ ਕਿੰਨਾ ਪੈਸਾ ਲੈਣਾ ਆ ਤੇ ਬਾਹਰਲੇ ਸੋਰਸਸ ਤੋਂ ਲੋਨ ਦੇ ਰੂਪ ਵਿੱਚ ਕਿੰਨਾ ਪੈਸਾ ਲੈਣਾ ਹੈ। ਜਿਹਦੇ ਵਿੱਚ ਕੈਸ਼ ਫਲੋ ਪੋਜੀਸ਼ਨ ਕਿ ਮਤਲਬ ਸਾਡੀ ਬਿਜ਼ਨਸ ਦੇ ਵਿੱਚ ਕੈਸ਼ ਫਲੋ ਦੀ ਪੋਜੀਸ਼ਨ ਕਿੰਨੀ ਆ। ਜੇ ਤਾਂ ਮਤਲਬ ਸਾਡੇ ਕੋਲ ਕੈਸ਼ ਫਲੋ ਹੈਗਾ ਆ ਕਿ ਮਤਲਬ ਕਿਆ ਜੀ ਰੈਗੂਲਰ ਸਾਨੂੰ ਕੈਸ਼ ਫਲੋ ਆਉਂਦਾ ਰਹਿੰਦਾ ਆ, ਤਾਂ ਫਿਰ ਤਾਂ ਆਪਾਂ ਬੇਟਾ ਕੀ ਕਰਾਂਗੇ ਜੀ ਲੋਨ ਤੋਂ ਡੈਪਟਸ ਤੋਂ ਕਿਆ ਜੀ ਪੈਸਾ ਲਵਾਂਗੇ। ਕਿਉਂਕਿ ਬੇਟਾ ਡੈਪਟਸ ਦੇ ਵਿੱਚ ਕੀ ਕਰਨਾ ਹੁੰਦਾ ਜਿਹੜਾ ਲੋਨ ਲਿਆ ਹੁੰਦਾ ਉਹਦੇ ਵਿੱਚ ਸਾਨੂੰ ਹਰ ਇੱਕ ਪਰਟੀਕੂਲਰ ਫਿਕਸ ਟਾਈਮ ਬਾਅਦ ਇੰਟਰਸਟ ਪੇ ਕਰਨਾ ਹੀ ਕਰਨਾ ਪੈਂਦਾ ਆ। ਕਿ ਜੇ ਸਾਨੂੰ ਰੈਗੂਲਰ ਕੈਸ਼ ਆਈ ਜਾਂਦਾ ਆ ਤਾਂ ਆਪਾਂ ਕੀ ਕਰਾਂਗੇ ਜੀ ਆਸਾਨੀ ਨਾਲ ਉਹ ਵਾਲਾ ਇੰਟਰਸਟ ਪੇਡ ਕਰ ਸਕਦੇ ਹਾਂ। ਔਰ ਜੇ ਸਾਨੂੰ ਕੈਸ਼ ਦੀ ਸ਼ੋਰਟੇਜ ਆ ਸਾਨੂੰ ਰੈਗੂਲਰਲੀ ਪਲੱਸ ਕਿਆ ਜੀ ਕੈਸ਼ ਲਗਾਤਾਰ ਨਹੀਂ ਆਉਂਦਾ ਪੈਸਾ ਸਾਡੇ ਕੋਲ ਕਿਆ ਜੀ ਘੱਟ ਹੋਵੇ ਤਾਂ ਫਿਰ ਬੇਟਾ ਆਪਾਂ ਫਿਕਸ ਟਾਈਮ 'ਤੇ ਇੰਟਰਸਟ ਤਾਂ ਪੇਡ ਕਰ ਨਹੀਂ ਸਕਦੇ। ਤਾਂ ਉਸ ਟਾਈਮ ਆਪਾਂ ਕੀ ਕਰਦੇ ਹੈਗੇ ਜ਼ਿਆਦਾ ਪੈਸਾ ਕਿੱਥੋਂ ਲੈਂਦੇ ਆ ਜੀ ਇਕੁਇਟੀ ਸ਼ੇਅਰ ਤੋਂ ਲੈਂਦੇ ਆ, ਠੀਕ ਨਾ। ਜਿਹਦੇ ਵਿੱਚ ਕਿਆ ਜੀ ਸਾਨੂੰ ਇੱਕ ਪਰਟੀਕੂਲਰ ਸਮੇਂ ਬਾਅਦ ਇੰਟਰਸਟ ਪੇ ਕਰਨਾ ਨਹੀਂ ਪੈਂਦਾ, ਠੀਕ ਨਾ। ਕਰਕੇ ਕਿਆ ਜੀ ਇੰਟਰਸਟ ਪੇ ਕਰਨਾ ਕੰਪਲਸਰੀ ਨਹੀਂ ਹੁੰਦਾ, ਲੇਕਿਨ ਦੂਜੇ ਪਾਸੇ ਜਿਹੜਾ ਇੰਟਰਸਟ ਹੁੰਦਾ ਆ ਉਹ ਸਾਨੂੰ ਕਿਆ ਜੀ ਕੰਪਲਸਰੀ ਹੁੰਦਾ ਆ। ਇਸ ਕਰਕੇ ਸਾਡਾ ਕੈਸ਼ ਫਲੋ ਕਿਆ ਜੀ ਲਗਾਤਾਰ ਸਾਨੂੰ ਆਉਣਾ ਚਾਹੀਦਾ ਹੈ, ਠੀਕ ਨਾ। ਮਤਲਬ ਕਿਆ ਜੀ ਜੇ ਕੈਸ਼ ਫਲੋ ਸਾਡੇ ਕੋਲ ਹੈਗਾ ਆ ਤਾਂ ਫਿਰ ਆਪਾਂ ਕਿੱਥੋਂ ਲਵਾਂਗੇ ਜੀ ਲੋਨ ਤੋਂ ਜ਼ਿਆਦਾ ਫਾਈਨਾਂਸ ਲਵਾਂਗੇ। ਜੇ ਕੈਸ਼ ਫਲੋ ਦੀ ਛੋਟੇਜ ਆ ਫਿਰ ਆਪਾਂ ਕੀ ਲਵਾਂਗੇ ਜੀ ਇਕੁਇਟੀ ਤੋਂ। ਅੱਗੇ ਬੇਟਾ ਹੈਗਾ ਸਾਡੇ ਕੋਲ ਇੰਟਰਸਟ ਕਵਰੇਜ ਰੇਸ਼ੋ ਕੀ ਹੁੰਦਾ ਜੀ ICR, ਮਤਲਬ ਕਿਆ ਜੀ ਇੰਟਰਸਟ ਕਵਰੇਜ ਰੇਸ਼ੋ ਦਾ ਮਤਲਬ ਬੇਟਾ ਆਪਾਂ ਕੈਲਕੂਲੇਟ ਕਿੱਦਾਂ ਕਰਾਂ ਜੀ ਅਰਨਿੰਗ ਬਿਫੋਰ ਇੰਟਰਸਟ ਐਂਡ ਟੈਕਸ ਬਟਾ ਕਿਆ ਜੀ ਇੰਟਰਸਟ, ਠੀਕ ਨਾ। ਅਰਨਿੰਗ ਕਵਰੇਜ ਰੇਸ਼ੋ ਬੇਟਾ ਦੱਸਦੀ ਆ ਕਿ ਕਿੰਨੀ ਵਾਰ ਜਿਹੜਾ ਸਾਡਾ ਅਰਨਿੰਗ ਸੀਗਾ ਬਿਫੋਰ ਇੰਟਰਸਟ ਐਂਡ ਟੈਕਸ ਉਹ ਇੰਨਾ ਸੀਗਾ ਜਿਹਦੇ ਨਾਲ ਆਪਾਂ ਇੰਟਰਸਟ ਨੂੰ ਕਵਰ ਕਰ ਜਾਈਏ। ਇੰਟਰਸਟ ਨੂੰ ਕਵਰ ਕਰ ਮੰਨ ਲਓ ਫੋਰ ਐਗਜ਼ਾਮਪਲ ਹਰ ਸਾਲ ਲੋਨ ਦਾ ਇੰਟਰਸਟ ਦਿੰਦੇ ਆ 1000 ਰੁਪਇਆ, ਪ੍ਰੋਫਿਟ ਸਾਨੂੰ ਹੋ ਗਿਆ ਜੀ 1200, ਇਹਦਾ ਮਤਲਬ 1200 ਦੇ ਨਾਲ ਆਪਾਂ ਇੰਟਰਸਟ ਜ਼ਿਆਦਾ ਪੇਡ ਕਰ ਸਕਦੇ ਹਾਂ, ਠੀਕ ਨਾ। ਕਿ ਜੇ ਤਾਂ ਮਤਲਬ ਸਾਡਾ ਕਿਆ ਹੈਗਾ ਜੀ ਇੰਟਰਸਟ ਕਵਰੇਜ ਰੇਸ਼ੋ ਜ਼ਿਆਦਾ ਆ ਤਾਂ ਫਿਰ ਆਪਾਂ ਕਿਹਾ ਜੀ ਆਸਾਨੀ ਨਾਲ ਟੈਕਸ ਜਿਹੜਾ ਇੰਟਰਸਟ ਹੋਣਾ ਪੇਡ ਕਰ ਸਕਦੇ ਹਾਂ। ਇਸ ਕਰਕੇ ਆਪਾਂ ਪੈਸਾ ਕਿੱਥੋਂ ਲਵਾਂਗੇ ਜੀ ਜ਼ਿਆਦਾ ਲੋਨ ਤੋਂ ਡੈਪਟਸ ਤੋਂ। ਜੇ ਸਾਡਾ ਕਿਹਾ ਜੀ ਇਹ ਵਾਲਾ ICR ਘੱਟ ਵਾ ਲੋ ਆ ਫਿਰ ਆਪਾਂ ਪੈਸਾ ਕਿੱਥੋਂ ਲਵਾਂਗੇ ਬੇਟਾ ਇਕੁਇਟੀ ਤੋਂ। ਕਹਤੇ ਜੀ ਕਰਕੇ ਕਿਹਾ ਜੀ ਸਾਡੇ ਕੋਲ ਪੈਸਾ ਮਤਲਬ ਉਨਾ ਨਹੀਂ ਹੁੰਦਾ ਕਿ ਜਿਹਨਾਂ ਆਪਾਂ ਰੈਗੂਲਰ ਇੰਟਰਸਟ ਪੇ ਕਰ ਸਕੀਏ, ਠੀਕ ਨਾ। ICR ਦੇ ਵਿੱਚ ਕੀ ਹੁੰਦਾ ਕਿ ਸਾਨੂੰ ਜਿਹੜਾ ਮਤਲਬ ਕਿਹਾ ਜੀ ਅਰਨਿੰਗ ਦੇ ਵਿੱਚ ਇੰਨਾ ਕੁ ਪੈਸਾ ਆ ਜਾਂਦਾ ਜਿਹਦੇ ਨਾਲ ਜਿਹੜਾ ਸਾਡਾ ਲੋਨ ਦਾ ਇੰਟਰਸਟ ਹੋਣਾ ਉਹਨੂੰ ਆਪਾਂ ਆਸਾਨੀ ਨਾਲ ਪੇਡ ਕਰ ਸਕੀਏ। ਜੇ ਆਪਾਂ ਕਹਿ ਜੀ ਪਰਟੀਕੂਲਰ ਟਾਈਮ 'ਤੇ ਫਿਕਸ ਸਹੀ ਟਾਈਮ 'ਤੇ ਇੰਟਰਸਟ ਪੇਡ ਕਰ ਸਕਦੇ ਹਾਂ ਤਾਂ ਨੈਚੁਰਲੀ ਫਿਰ ਆਪਾਂ ਪੈਸਾ ਕਿੱਥੋਂ ਲਵਾਂਗੇ ਜੀ ਲੋਨ ਤੋਂ ਲੈ ਲਾਂਗੇ, ਠੀਕ ਨਾ। ਉਹ ਤੋਂ ਬੇਟਾ ਮਤਲਬ ਕਿਹਾ ਜੀ ਜਿਹੜਾ ਡੈਬਿਟ ਸਰਵਿਸ ਕਵਰੇਜ ਰੇਸ਼ੋ ਅੱਗੇ ਕਿਹੜਾ ਹੈ ਸਾਡਾ ਡੈਬਟ ਸਰਵਿਸ ਕਵਰੇਜ ਰੇਸ਼ੋ, ਠੀਕ ਨਾ। ਇੱਕ ਬੇਟਾ ਹੁੰਦਾ ਸਾਡਾ ICR, ਠੀਕ ਨਾ ਜੀ। ਇੱਕ ਸਾਡਾ ਹੁੰਦਾ ਹੈਗਾ DSCC, ਠੀਕ ਨਾ। ਜਿੱਦਾਂ ਪਹਿਲਾਂ ਮੈਂ ਦੱਸਿਆ ਸੀ ICR ਦੇ ਵਿੱਚ ਕੀ ਹੁੰਦਾ ਆ ਇਹ ਦੇਖਦੇ ਆ ਕਿ ਜਿਹੜੀ ਸਾਡੀ ਅਰਨਿੰਗ ਆ ਠੀਕ ਨਾ ਉਹ ਇੰਨੀ ਕੁ ਹੋਵੇ ਜਿਹਦੇ ਨਾਲ ਅਸੀਂ ਕੀ ਕਰ ਸਕੀਏ ਜੀ ਜਿਹੜਾ ਸਾਡਾ ਹੈ ਨਾ ਲੋਨ ਲਿਆ ਆ ਡੈਪਟਸ ਲਿਓ ਆ ਠੀਕ ਹੈ ਲੋਨ ਲਿਆ ਉਹਦੇ 'ਤੇ ਜਿਹੜਾ ਇੰਟਰਸਟ ਵਾ ਉਹਨੂੰ ਆਪਾਂ ਆਸਾਨੀ ਨਾਲ ਪੇਡ ਕਰ ਸਕੀਏ, ਉਹ ਪੇਡ ਕਰਕੇ ਵੀ ਸਾਡੇ ਕੋਲ ਪੈਸੇ ਬਚ ਜਾਣ। ਲੇਕਿਨ ਜਿਹੜਾ DSCR ਆ ਠੀਕ ਨਾ ਡੈਪਟ ਸਰਵਿਸ ਕਵਰੀ ਰੇਸ਼ੋ ਇਹਦੇ ਵਿੱਚ ਕੀ ਹੁੰਦਾ ਆ ਕਿ ਸਾਡੇ ਕੋਲ ਜਿਹੜਾ ਪੈਸਾ ਆ ਠੀਕ ਨਾ ਉਹ ਇੰਨਾ ਕੁ ਹੋਣਾ ਚਾਹੀਦਾ ਜਿਹਦੇ ਨਾਲ ਆਪਾਂ ਜਿਹੜਾ ਲੋਨ ਲਿਆ ਆ ਉਹਦਾ ਇੰਟਰਸਟ ਦਾ ਪੇਡ ਕਰ ਹੀ ਦਈਏ ਨਾਲ ਕੁਝ ਪੈਸਾ ਪ੍ਰਿੰਸੀਪਲ ਦਾ ਵੀ ਪੇਡ ਕਰਨੇ ਜੋਗਾ ਹੋਵੇ, ਠੀਕ ਨਾ। ਕਿ ਜਿਹੜੀ ਸਾਡੀ ਅਰਨਿੰਗ ਆ ਉਹ ਇੰਨੀ ਹੋਵੇ ਇੰਟਰਸਟ ਦੇ ਨਾਲ ਨਾਲ ਠੀਕ ਨਾ ਜਿਹੜਾ ਉਹ ਮੰਨ ਲਓ ਲੋਨ ਦੀ ਪ੍ਰਿੰਸੀਪਲ ਦੀ ਅਮਾਊਂਟ ਆ ਨਾ ਉਹ ਵੀ ਆਪਾਂ ਪੇਡ ਕਰ ਸਕੀਏ, ਠੀਕ ਨਾ। ਜੇ ਬੇਟਾ ਸਾਡਾ DSCR ਮਤਲਬ ਜ਼ਿਆਦਾ ਆ ਤਾਂ ਫਿਰ ਆਪਾਂ ਕੀ ਕਰਾਂਗੇ ਡੈਟਸ ਨੂੰ ਪ੍ਰੈਫਰੈਂਸ ਦੇਵਾਂਗੇ, ਜ਼ਿਆਦਾ ਪੈਸਾ ਕਿੱਥੋਂ ਲਵਾਂਗੇ ਜੀ ਲੋਨ ਨੂੰ ਆਪਾਂ ਵਧਾ ਸਕਦੇ ਹਾਂ। ਲੇਕਿਨ ਜੇ ਸਾਡਾ ਘੱਟ ਹੋਵੇ ਫਿਰ ਅਸੀਂ ਕਿਹਨੂੰ ਪ੍ਰੈਫਰੈਂਸ ਦੇਵਾਂਗੇ ਜੀ ਇਕੁਇਟੀ ਨੂੰ, ਠੀਕ ਨਾ। ਫਿਰ ਆਪਾਂ ਪੈਸਾ ਕਿੱਥੋਂ ਕਰਾਂਗੇ ਜੀ ਇਕੁਇਟੀ ਤੋਂ ਕਰਕੇ, ਠੀਕ ਨਾ। ਕਿਉਂਕਿ ਜੇ ਸਾਡਾ DSCR ਜ਼ਿਆਦਾ ਆ ਇਹਦਾ ਮਤਲਬ ਕਿਆ ਜੀ ਸਾਡੇ ਕੋਲ ਪੈਸਾ ਇੰਨਾ ਹੈਗਾ ਕਿ ਆਪਾਂ ਇੰਟਰਸਟ ਵੀ ਟਾਈਮ ਸਿਰ ਪੇ ਕਰੀਏ ਲੋਨ ਦਾ ਅਤੇ ਪਲੱਸ ਕਿਆ ਜੀ ਉਹਦਾ ਪ੍ਰਿੰਸੀਪਲ ਵੀ ਪੇ
ਕਰ ਸਕਦੇ। DSCR ਦਾ ਬੇਟਾ ਸਾਨੂੰ ਪ੍ਰੋਫਿਟ ਮੈਨੂੰ ਫਾਰਮੂਲਾ ਦਿੱਤਾ, ਪ੍ਰੋਫਿਟ ਆਫਟਰ ਟੈਕਸ ਡੈਪਰੀਸ਼ੀਏਸ਼ਨ ਇੰਟਰਸਟ ਤੇ ਨੋਨ ਕੈਸ਼ ਐਕਸਪੈਂਸਿਵ ਰਿਟਨ ਆਫ, ਇਹ ਐਡ ਕਰਕੇ ਉਹਨੂੰ ਡਿਵਾਈਡ ਕਿਹਨਾਂ ਕਰ ਦੇਣਾ, ਪ੍ਰੈਫਰੈਂਸ ਦਾ ਡਿਵੀਡੈਂਡ, ਠੀਕ ਆ, ਪਲੱਸ ਕਿਆ ਜੀ ਇੰਟਰਸਟ ਪਲੱਸ ਰੀਪੇਮੈਂਟ ਆਫ ਓਬਲੀਗੇਸ਼ਨ, ਯਾਨੀ ਕਿ ਜਿਹੜਾ ਆਪਾਂ ਲੋਨ ਲਿਆ ਆ ਜਿਹੜੀ ਉਹਦੀ ਆਪਾਂ ਰੀਪੇਮੈਂਟ ਕਰਨੀ, ਠੀਕ ਨਾ। ਕਿ ਜੇ ਸਾਡੇ ਕੋਲ ਅਰਨਿੰਗ ਇੰਨੀ ਕੁ ਹੈਗੀ ਆ ਜਿਹਦੇ ਨਾਲ ਕਿਆ ਜੀ ਆਪਾਂ ਇੰਟਰਸਟ ਤੇ ਲੋਨ ਦਾ ਪ੍ਰਿੰਸੀਪਲ ਅਮਾਊਂਟ ਵੀ ਪੇਡ ਕਰ ਸਕੀਏ ਤਾਂ ਆਪਾਂ ਡੈਪਟਸ ਅਮਾਊਂਟ ਜ਼ਿਆਦਾ ਲੈ ਸਕਦੇ। ਉਹ ਤੋਂ ਬੇਟਾ ਅੱਗੇ ਹੈਗਾ ਰਿਟਰਨ ਔਨ ਇਨਵੈਸਟਮੈਂਟ, ਕਿ ਸਾਡੀ ਰਿਟਰਨ ਔਨ ਇਨਵੈਸਟਮੈਂਟ ਕਿੰਨੀ ਆ। ਰਿਟਰਨ ਔਨ ਇਨਵੈਸਟਮੈਂਟ ਦਾ ਹੁੰਦਾ ਮਤਲਬ ਕਿ ਜੀ ਜਿਹੜਾ ਸਾਨੂੰ ਪੈਸਾ ਜ਼ਿਆਦਾ ਆ ਰਿਹਾ, ਮਤਲਬ ਪ੍ਰੋਫਿਟ ਦੇ ਰੂਪ ਵਿੱਚ ਆ ਰਿਹਾ ਹੈ। ਜੇ ਤਾਂ ਬੇਟਾ ਸਾਡਾ ਰਿਟਰਨ ਔਨ ਇਨਵੈਸਟਮੈਂਟ ਰੇਟ ਆਫ ਇੰਟਰਸਟ ਨਾਲੋਂ ਜ਼ਿਆਦਾ ਆ, ਕਿ ਯਾਨੀ ਕਿ ਜਿਹੜਾ ਸਾਨੂੰ ਪ੍ਰੋਫਿਟ ਆ ਰਿਹਾ ਆ ਇਨਵੈਸਟਮੈਂਟ 'ਤੇ, ਉਹ ਕਿਆ ਜੀ ਜਿੰਨਾ ਆਪਾਂ ਲੋਨ ਲਿਆ ਆ ਜਿਹੜਾ ਉਹ 'ਤੇ ਇੰਟਰਸਟ ਦੇਣਾ ਆ ਉਹਦੇ ਨਾਲੋਂ ਜ਼ਿਆਦਾ ਆ, ਫਿਰ ਆਪਾਂ ਬੇਟਾ ਕਿਆ ਕਰਾਂਗੇ ਜੀ, ਲੋਨ ਨੂੰ ਪ੍ਰੈਫਰੈਂਸ ਕਰਾਂਗੇ, ਜਿਹੜੇ ਡੈਟਸ ਹੋਣੇ ਆ ਉਹਨੂੰ ਪ੍ਰੈਫਰੈਂਸ ਕਰਾਂਗੇ। ਲੇਕਿਨ ਦੂਜੇ ਪਾਸੇ ਜੇ ਰਿਟਰਨ ਔਨ ਇਨਵੈਸਟਮੈਂਟ ਰੇਟ ਆਫ ਇੰਟਰਸਟ ਨਾਲੋਂ ਘੱਟ ਵਾ, ਠੀਕ ਨਾ, ਕਿ ਜਿੰਨਾ ਅਸੀਂ ਲੋਨ ਦਾ ਇੰਟਰਸਟ ਦੇਣਾ ਆ ਨਾ, ਲੋਨ ਜਿਹੜਾ ਲਿਆ ਆ, ਲੇਕਿਨ ਜਿਹੜਾ ਰਿਟਰਨ ਔਨ ਇਨਵੈਸਟਮੈਂਟ ਆ ਉਹ ਸਾਨੂੰ ਉਹਦੇ ਨਾਲ ਘੱਟ ਵਾ, ਤਾਂ ਫਿਰ ਆਪਾਂ ਕਿਹਾ ਜੀ ਇਕੁਇਟੀ ਨੂੰ ਪ੍ਰੈਫਰੈਂਸ ਕਰਕੇ ਸਾਡੇ ਕੋਲ ਕਿਹਾ ਜੀ ਜਿਹੜਾ ਲੋਨ ਦਾ ਇੰਟਰਸਟ ਹੋਣਾ ਉਹ ਤਾਂ ਕਿ ਸਾਨੂੰ ਪਰਟੀਕੂਲਰ ਸਮੇਂ ਬਾਅਦ ਪੇਡ ਕਰਨਾ ਹੀ ਕਰਨਾ ਪੈਣਾ ਆ, ਉਹਦੇ ਸਾਡੇ ਕੋਲ ਪੈਸਾ ਵੀ ਹੋਣਾ ਚਾਹੀਦਾ। ਜੇ ਸਾਨੂੰ ਰਿਟਰਨ ਹੀ ਘੱਟ ਆ ਰਿਹਾ ਤਾਂ ਬੇਟਾ ਆਪਾਂ ਇੰਟਰਸਟ ਕਿੱਥੋਂ ਪੇ ਕਰਨਾ ਆ, ਠੀਕ ਨਾ। ਅਤੇ ਇਸ ਕਰਕੇ ਆਪਾਂ ਕੀ ਕਰਾਂਗੇ ਜੀ, ਇਕੁਇਟੀ ਨੂੰ ਪ੍ਰੈਫਰੈਂਸ ਕਰਾਂਗੇ, ਠੀਕ ਹੈ ਨਾ। ਕਿ ਜਿਹੜੀ ਇਨਵੈਸਟਮੈਂਟ 'ਤੇ ਸਾਨੂੰ ਵਾਪਸ ਕਿੰਨਾ ਆ ਰਿਹਾ, ਪ੍ਰੋਫਿਟ ਦੇ ਰੂਪ ਵਿੱਚ ਕਿੰਨਾ ਆ ਰਿਹਾ ਆ, ਠੀਕ ਹੈ ਨਾ। ਕਿ ਜੇ ਸਾਡਾ ਰੇਟ ਆਫ ਰਿਟਰਨ ਕਿਹਾ ਜੀ ਘੱਟ ਵਾ, ਠੀਕ ਹੈ ਜੀ, ਕਿੰਨਾ ਇੰਟਰਸਟ ਔਨ ਰੇਟ ਆਫ ਇੰਟਰਸਟ ਨਾਲੋਂ, ਫਿਰ ਆਪਾਂ ਕਿਹਨੂੰ ਕਰਾਂਗੇ ਜੀ, ਇਕੁਇਟੀ ਨੂੰ, ਨਹੀਂ ਤਾਂ ਕਿਹਨੂੰ ਕਰਾਂਗੇ, ਡੈਟਸ ਨੂੰ। ਅੱਗੇ ਬੇਟਾ ਹੈਗਾ ਸਾਡੇ ਕੋਲ ਟੈਕਸ ਰੇਟ, ਕਿਆ ਜੀ ਟੈਕਸ ਰੇਟ। ਜੇ ਬੇਟਾ ਸਾਡਾ ਟੈਕਸ ਰੇਟ ਹਾਈ ਆ, ਯਾਨੀ ਕਿ ਜਿਹੜਾ ਸਾਨੂੰ ਇਨਕਮ ਟੈਕਸ ਆ ਲੱਗਦਾ ਉਹ ਕਿਆ ਜੀ ਹਾਈ ਆ, ਫਿਰ ਬੇਟਾ ਆਪਾਂ ਕੀ ਕਰਾਂਗੇ, ਜਿਹੜਾ ਆਪਾਂ ਜ਼ਿਆਦਾਤਰ ਹੈ ਨਾ ਜਿਹੜਾ ਡੈਟਸ ਆ ਆਪਾਂ ਕਿਹਾ ਜੀ ਲੋਨ ਤੋਂ ਪੈਸਾ ਉਧਾਰ ਲਵਾਂਗੇ ਨਾ ਕਿ ਇਕੁਇਟੀ ਤੋਂ, ਠੀਕ ਨਾ। ਉਹਦੇ ਨਾਲ ਕੀ ਆ, ਕਿਉਂਕਿ ਬੇਟਾ ਟੈਕਸ ਰੇਟ ਜ਼ਿਆਦਾ ਹੋਣਾ ਅਤੇ ਜਿਹੜਾ ਡੈਪਟ ਲੋਨ ਦਾ ਇੰਟਰਸਟ ਹੋਣਾ ਆ ਉਹਨੂੰ ਆਪਾਂ ਕਿਹਾ ਜੀ ਐਜ਼ ਏ ਐਕਸਪੈਂਡੀਚਰ ਯੂਜ਼ ਕਰਦੇ ਹਾਂ, ਇਨਕਮ ਦੇ ਵਿੱਚੋਂ ਘਟਾ ਕੇ ਉਹ ਤੋਂ ਬਾਅਦ ਟੈਕਸ ਲੱਗਦਾ, ਉਹ ਤੋਂ ਬਾਅਦ ਕਿਹਾ ਜੀ ਟੈਕਸ ਲੱਗਦਾ ਆ, ਅਤੇ ਉਹਦੇ ਨਾਲ ਟੈਕਸ ਸਾਡਾ ਕਿਆ ਹੋਣਾ ਜੀ, ਘੱਟ ਪੇਡ ਹੋਣਾ ਆ, ਠੀਕ ਨਾ। ਕਿ ਜਦੋਂ ਆਪਾਂ ਟੈਕਸ ਦੀ ਕੈਲਕੂਲੇਸ਼ਨ ਕਰਦੇ ਹਾਂ ਪਹਿਲਾਂ ਆਪਾਂ ਇੰਟਰਸਟ ਘਟਾਉਂਦੇ ਹਾਂ, ਬਾਕੀ ਜਿਹੜੀ ਅਮਾਊਂਟ ਬਚਦੀ ਆ ਉਹਦੇ ਉੱਤੇ ਟੈਕਸ ਦਿੰਦੇ ਆ। ਔਰ ਜੇ ਸਾਡਾ ਟੈਕਸ ਰੇਟ ਲੋ ਆ, ਜੇ ਸਾਡਾ ਟੈਕਸ ਰੇਟ ਲੋ ਆ ਤਾਂ ਫਿਰ ਕੀ ਹੋਣਾ ਹੈਗਾ ਜੀ, ਫਿਰ ਅਸੀਂ ਪ੍ਰੈਫਰ ਕਿਹਨੂੰ ਕਰਦੇ ਹਾਂ ਜੀ, ਇਕੁਇਟੀ ਨੂੰ, ਠੀਕ ਨਾ। ਕਰਕੇ ਬੇਟਾ ਜਿਹੜਾ ਇਕੁਇਟੀ ਦਾ ਡਿਵੀਡੈਂਡ ਆ ਨਾ ਉਹ ਟੈਕਸ ਤੋਂ ਬਾਅਦ ਘਟਾਇਆ ਜਾਂਦਾ, ਕਦੋਂ ਘਟਾਇਆ ਜਾਂਦਾ, ਟੈਕਸ ਤੋਂ ਬਾਅਦ। ਕਿਉਂਕਿ ਜੇ ਸਾਡਾ ਟੈਕਸ ਜ਼ਿਆਦਾ ਹੋਊਗਾ ਤਾਂ ਅਸੀਂ ਕਿਹਾ ਜੀ, ਜੇ ਮਤਲਬ ਕਿਹਾ ਜੀ ਆਪਾਂ ਹੁਣ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਸਾਡੇ ਕੋਲ ਪ੍ਰੋਫਿਟ ਜ਼ਿਆਦਾ ਆ, ਠੀਕ ਨਾ, ਅਤੇ ਆਪਾਂ ਲੋਨ ਲਿਆ ਨਹੀਂ ਹੈਗਾ ਤਾਂ ਇੰਟਰਸਟ ਸਾਡੇ ਤੋਂ ਘਟਾ ਨਹੀਂ ਹੋਣਾ, ਸਾਡੀ ਇਨਕਮ ਜ਼ਿਆਦਾ ਹੋਣੀ, ਸਾਡਾ ਜ਼ਿਆਦਾ ਪੈਸਾ ਕਾਹਦੇ ਵਿੱਚ ਚਲ ਜਾਣਾ, ਟੈਕਸ ਦੇ ਵਿੱਚ। ਲੇਕਿਨ ਦੂਜੇ ਪਾਸੇ ਜੇ ਸਾਡੀ ਕਿਹਾ ਜੀ ਆਪਾਂ ਪੈਸਾ ਕਿੱਥੋਂ ਲੈਣੇ, ਇਕੁਇਟੀ ਸ਼ੇਅਰ ਹੋਲਡਰ ਤੋਂ, ਕਿੱਥੋਂ ਲੈਣਾ ਜੀ, ਇਕੁਇਟੀ ਸ਼ੇਅਰ ਹੋਲਡਰ ਤੋਂ। ਉਹਦੇ ਵਿੱਚ ਕੀ ਹੋਣਾ ਹੈਗਾ ਜੀ, ਕਿ ਜਿੰਨੀ ਸਾਡੀ ਇਨਕਮ ਹੋਣੀ ਆ ਪੂਰੀ ਦੇ ਪੂਰੀ ਸਾਨੂੰ ਟੈਕਸ ਦੇਣਾ ਪੈਣਾ, ਕਰਕੇ ਜਿਹੜਾ ਡਿਵੀਡੈਂਡ ਆ ਉਹਨੂੰ ਆਪਾਂ ਐਜ਼ ਏ ਐਕਸਪੈਂਡੀਚਰ ਨਹੀਂ ਘਟਾ ਸਕਦੇ, ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ ਸਾਡੇ ਕੋਲ ਕੋਸਟ ਆਫ ਇਕੁਇਟੀ, ਕਿਆ ਜੀ ਕੋਸਟ ਆਫ ਇਕੁਇਟੀ। ਕਿ ਜੇ ਬੇਟਾ ਮੰਨ ਲਓ ਸਾਡੀ ਜਿਹੜੀ ਮਤਲਬ ਕਹਿ ਰਹੀ ਜਿਹੜੇ ਇਕੁਇਟੀ ਸ਼ੇਅਰ ਹੋਲਡਰ ਵਾ, ਜੇ ਉਹ ਮਤਲਬ ਕਹਿ ਜੀ ਐਕਸਪੈਕਟ ਕਰਦਾ ਹੈ ਕਿ ਮੈਨੂੰ ਜਿਹੜੀ ਹੈ ਨਾ ਮੇਰੀ ਇਕੁਇਟੀ ਸ਼ੇਅਰ ਦੀ ਅਰਨਿੰਗ ਆ ਉਹ ਕੀ ਹੋਵੇ ਜੀ, ਮੈਕਸਿਮਮ ਹੋਵੇ, ਜ਼ਿਆਦਾ ਹੋਵੇ, ਠੀਕ ਨਾ। ਕਿ ਮਤਲਬ ਕਹਿ ਜੀ ਹਮੇਸ਼ਾ ਇਕੁਇਟੀ ਸ਼ੇਅਰ ਨੇ ਇਹੀ ਕਰਨਾ ਕਿ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਕਹਿ ਜੀ ਰਿਟਰਨ ਡਿਵੀਡੈਂਡ ਵਿੱਚ ਆਵੇ। ਜੇ ਤਾਂ ਬੇਟਾ ਡੈਪਟ ਮਤਲਬ ਲੋਨ ਦੇ ਦੁਆਰਾ ਪੈਸਾ ਇਕੱਠਾ ਕਰਨੇ ਨਾਲ ਅਰਨਿੰਗ ਪਰ ਸ਼ੇਅਰ ਇਨਕਰੀਜ਼ ਹੁੰਦੀ ਆ ਤਾਂ ਫਿਰ ਉਹ ਕਿਹਨੂੰ ਕਰੂੰਗਾ ਜੀ, ਡੈਟਸ ਨੂੰ ਯੂਜ਼ ਕਰੂੰਗਾ, ਮਤਲਬ ਲੋਨ ਨੂੰ ਕਿਹਾ ਜੀ ਪੈਸਾ ਲੈ ਕੇ ਯੂਜ਼ ਕਰੂੰਗਾ। ਲੇਕਿਨ ਜਦੋਂ ਉਹ ਦੇਖਦਾ ਹੈ ਕਿ ਲੋਨ ਤੋਂ ਪੈਸਾ ਲੈਣ ਦੇ ਨਾਲ ਉਹਦੀ ਕਿਹਾ ਜੀ ਜਿਹੜੀ ਅਰਨਿੰਗ ਪਰ ਸ਼ੇਅਰ ਉਹ ਘਟ ਜਾਂਦੀ ਆ, ਅਰਨਿੰਗ ਪਰ ਸ਼ੇਅਰ ਘਟ ਜਾਂਦੀ ਆ, ਤਾਂ ਫਿਰ ਬੇਟਾ ਉਹ ਡੈਟਸ ਦੀ ਜਗ੍ਹਾ ਕਿਹਨੂੰ ਯੂਜ਼ ਕਰੂੰਗਾ ਜੀ, ਇਕੁਇਟੀ ਨੂੰ ਯੂਜ਼ ਕਰੂੰਗਾ, ਠੀਕ ਹੈ ਨਾ। ਕਿ ਮਤਲਬ ਦੇਖ ਲੈਣਾ ਕਿ ਉਹਦੇ ਅਰਨਿੰਗ ਪਰ ਸ਼ੇਅਰ 'ਤੇ ਕੀ ਫਰਕ ਪੈਂਦਾ ਹੈ। ਉਹ ਤੋਂ ਬੇਟਾ ਅੱਗੇ ਆ ਕਿ ਸਾਡੀ ਜਿਹੜੀ ਫਲੋਟੇਸ਼ਨ ਕੋਸਟ, ਫਲੋਟੇਸ਼ਨ ਕੋਸਟ ਦਾ ਮਤਲਬ ਹੁੰਦਾ ਹੈ ਬੇਟਾ ਕਿ ਜਿਹੜੇ ਆਪਾਂ ਹੈ ਨਾ ਮਤਲਬ ਇਕੁਇਟੀ ਸ਼ੇਅਰ ਜਾਂ ਡਿਵੈਂਚਰ ਇਸ਼ੂ ਕਰਦੇ ਹਾਂ, ਇਹਨਾਂ ਨੂੰ ਇਸ਼ੂ ਕਰਨੇ 'ਤੇ ਜਿਹੜਾ ਸਾਡਾ ਖਰਚਾ ਆਉਂਦਾ ਹੁੰਦਾ ਆ, ਹੁਣ ਸ਼ੇਅਰ ਉੱਦੇ ਥੋੜ੍ਹੀ ਕਰ ਦਿੰਦੇ ਆ, ਸਾਨੂੰ ਉਹਦੀ ਐਡਵਰਟਾਈਜ਼ਮੈਂਟ ਵੀ ਦਿੰਦੇ ਆ, ਠੀਕ ਨਾ। ਕੋਈ ਸਟੈਚੂ ਦੀ ਫੀਸ ਹੁੰਦੀ, ਕੋਈ ਲੀਗਲ ਫਾਰਮੈਲਿਟੀਜ਼ ਹੁੰਦੀਆਂ ਆ, ਪ੍ਰੋਸਪੈਕਟ ਇਸ਼ੂ ਕਰਨਾ ਆ, ਠੀਕ ਨਾ। ਇਹ ਵਾਲੇ ਸਾਰੇ ਕਿਆ ਜੀ ਖਰਚ ਹੁੰਦੇ ਆ। ਕਿ ਜੇ ਤਾਂ ਮਤਲਬ ਕਿਆ ਜੀ ਇਹਨਾਂ ਦਾ ਜਿਹੜਾ ਇਸ਼ੂ ਕਰਨੇ ਦਾ ਖਰਚ ਵਾ ਉਹ ਇੰਟਰਸਟ ਔਨ ਲੋਨ ਨਾਲੋਂ ਜ਼ਿਆਦਾ ਆ, ਤਾਂ ਫਿਰ ਬੇਟਾ ਆਪਾਂ ਇਕੁਇਟੀ ਸ਼ੇਅਰ ਹੋਲਡਰ ਨੂੰ ਪ੍ਰੈਫਰੈਂਸ ਨਹੀਂ ਦਊਂਗੇ, ਠੀਕ ਨਾ। ਜੇ ਮਤਲਬ ਕਿਹਾ ਜੀ ਲੋਨ ਐਂਡ ਐਡਵਾਂਸ 'ਤੇ ਜਿਹੜਾ ਸਾਡਾ ਖਰਚਾ ਉਹ ਕਿਹਾ ਜੀ ਘੱਟ ਵਾ, ਉਹ ਕਿਹਾ ਜੀ ਘੱਟ ਵਾ, ਫਿਰ ਆਪਾਂ ਕੀ ਕਰਾਂਗੇ ਜੀ,
ਫਿਰ ਆਪਾਂ ਲੋਨ ਨੂੰ ਪ੍ਰੈਫਰੈਂਸ ਦੇਵਾਂ, ਜਾਣੀ ਕਿ ਦੇਖ ਲੈਣਾ ਉਹਦੀ ਫਲੋਟੇਸ਼ਨ ਕੋਸਟ ਜਿਹਦਾ ਇੰਟਰਸਟ ਮਤਲਬ ਕਹਿੰਦੀ ਦੋਨਾਂ ਵਿੱਚ ਘੱਟ ਕਿਹੜਾ, ਜਿਹੜਾ ਘੱਟ ਹੋਊਗਾ ਉਸ ਚੀਜ਼ ਨੂੰ ਆਪਾਂ ਪ੍ਰੈਫਰੈਂਸ ਦੇਵਾਂਗੇ। ਦੂਜੇ ਨੰਬਰ 'ਤੇ ਬੇਟਾ ਹੈਗਾ ਜੀ ਰਿਸਕ, ਠੀਕ ਨਾ, ਕਿ ਰਿਸਕ ਕਿੰਨਾ ਕੰਸੀਡਰੇਸ਼ਨ ਕਰਦੇ ਆ ਆਪਾਂ, ਠੀਕ ਨਾ। ਜੇ ਤਾਂ ਮਤਲਬ ਸਾਡੇ ਕੋਲ ਫਾਈਨੈਂਸ਼ੀਅਲ ਰਿਸਕ ਆ ਜਿਹੜਾ ਕਿਆ ਜੀ ਫਾਈਨੈਂਸ਼ੀਅਲ ਰਿਸਕ ਦੇ ਵਿੱਚ ਬੇਟਾ ਹੁੰਦਾ ਹੈ ਨਾ ਕਿ ਜਿਹੜੇ ਸਾਡੇ ਫਾਈਨੈਂਸ਼ੀਅਲ ਮਤਲਬ ਫਿਕਸ ਚਾਰਜਸ ਆ, ਜਿੱਦਾਂ ਕਿ ਜੀ ਇੰਟਰਸਟ ਪੇਡ ਕਰਨਾ, ਠੀਕ ਹੈ, ਪੇਮੈਂਟ ਟੂ ਕ੍ਰੈਡੀਟਰਸ ਵਾ, ਠੀਕ ਨਾ, ਇਹਨਾਂ ਨੂੰ ਮਤਲਬ ਕਿਆ ਜੀ ਪੇਮੈਂਟ ਕਰਨੇ ਦੇ ਮਤਲਬ ਨਹੀਂ ਵੀ ਕਰ ਸਕਦੇ, ਉਹਨਾਂ ਨੂੰ ਨਾ ਪੇਮੈਂਟ ਕਰਨੇ ਜਿਹੜੇ ਚਾਂਸਸ ਹੁੰਦੇ। ਦੂਜੇ ਨੰਬਰ 'ਤੇ ਆਪਰੇਟਿੰਗ ਰਿਸਕ ਕਿਹੜੇ ਹੁੰਦੇ ਆ, ਜਿਹੜੇ ਡਿਪੈਂਡ ਕਿਹੜੇ ਕਰਦੇ ਆਪਰੇਟਿੰਗ ਕੋਸਟ 'ਤੇ, ਠੀਕ ਨਾ, ਕਿ ਸਾਡੀ ਜੇ ਆਪਰੇਟਿੰਗ ਕੋਸਟ ਬਹੁਤ ਜ਼ਿਆਦਾ ਹਾਇਰ ਹੋ ਸਕਦੀ ਹੈ ਤਾਂ ਉਹਨਾਂ ਸਾਨੂੰ ਲੋਸ ਹੋਣ ਦੇ ਚਾਂਸਸ ਆ, ਉਹ 'ਚ ਰਿਸਕ ਸਾਡੇ ਕਿਆ ਜੀ ਜ਼ਿਆਦਾ ਹੈ, ਠੀਕ ਨਾ, ਕਿ ਮਤਲਬ ਦੋਨੇ ਚੀਜ਼ਾਂ ਕਿਆ ਜੀ ਰਿਸਕ ਨੂੰ ਕਵਰ ਕਰਦੀਆਂ। ਜੇ ਮਤਲਬ ਜਿਹੜਾ ਕਿਸੇ ਬਿਜ਼ਨਸ ਦੇ ਵਿੱਚ ਰਿਸਕ ਜ਼ਿਆਦਾ ਆ, ਰਿਸਕ ਕਿਆ ਜੀ ਜ਼ਿਆਦਾ ਆ, ਤਾਂ ਫਿਰ ਆਪਾਂ ਇਕੁਇਟੀ ਨੂੰ ਪ੍ਰੈਫਰੈਂਸ ਕਰੂੰਗੇ। ਰਿਸਕ ਦਾ ਮਤਲਬ ਆ ਲੋਸ ਹੋਣ ਦੇ ਚਾਂਸਸ, ਕਿ ਸਾਨੂੰ ਪੈਸਾ ਘੱਟ ਆਉਂਦਾ, ਜੇ ਪੈਸਾ ਘੱਟ ਆਉਂਦਾ ਆ ਤੇ ਬੇਟਾ ਆਪਾਂ ਜਿਹੜੇ ਸਾਡੇ ਕੋਲ ਡੈਬਿਟ ਆ ਪਲੱਸ ਕਿਆ ਜੀ ਲੋਨਸ ਹੈਗੇ ਆ, ਲੋਨ 'ਤੇ ਇੰਟਰਸਟ ਕਿੱਥੋਂ ਪੇਡ ਕਰਨਾ, ਠੀਕ ਨਾ। ਜੇ ਰਿਸਕ ਘੱਟ ਵਾ ਇਹਦਾ ਮਤਲਬ ਜ਼ਿਆਦਾ ਚਾਂਸਸ ਆ ਕਿ ਸਾਨੂੰ ਪੈਸਾ ਕਿਆ ਜੀ ਆ ਜਾਣਾ ਆ, ਉਹਦੇ ਨਾਲ ਆਪਾਂ ਲੋਨ ਦਾ ਇੰਟਰਸਟ, ਲੋਨ ਨੂੰ ਆਸਾਨੀ ਨਾਲ ਪੇਮੈਂਟ ਕਰ ਸਕਦੇ ਆ। ਇਹਦਾ ਮਤਲਬ ਜੇ ਸਾਡੇ ਕੋਲ ਰਿਸਕ ਲੋ ਹੋਵੇ ਤਾਂ ਆਪਾਂ ਕਿਹਨੂੰ ਯੂਜ਼ ਕਰਾਂਗੇ ਜੀ, ਡੈਬਿਟ ਨੂੰ ਜ਼ਿਆਦਾ ਯੂਜ਼ ਕਰਾਂਗੇ, ਔਰ ਜੇ ਸਾਡੇ ਕੋਲ ਰਿਸਕ ਕਿਆ ਹੋਵੇ ਜੀ ਹਾਈ ਹੋਵੇ ਫਿਰ ਅਸੀਂ ਕਿਹਨੂੰ ਪ੍ਰੈਫਰ ਕਰਾਂਗੇ ਜੀ ਇਕੁਇਟੀ ਨੂੰ, ਕਿਉਂਕਿ ਹਾਈ ਦਾ ਮਤਲਬ ਕੀ ਹੈ ਜੀ ਕਿ ਸਾਨੂੰ ਕਹਿ ਜੀ ਪੈਸੇ ਜਿਹੜੀ ਲੋੜ ਪੈਣੀ ਹੈ ਨਾ ਉਹ ਸਾਡੇ ਕੋਲ ਕਹਿ ਜੀ ਜੇ ਮਤਲਬ ਅਵੇਲੇਬਲ ਨਹੀਂ ਹੈਗਾ ਉਹਨੂੰ ਡਿਵੀਡੈਂਡ ਦੇਣ ਲਈ, ਤਾਂ ਆਪਾਂ ਨੂੰ ਕਹਿ ਜੀ ਡਿਵੀਡੈਂਡ ਨਾ ਵੀ ਪੇਡ ਕਰੀਏ ਤਾਂ ਵੀ ਕਹਿ ਜੀ ਸਰ ਸਕਦਾ, ਕਰਕੇ ਕੰਪਲਸਰੀ ਨਹੀਂ ਹੁੰਦਾ। ਲੇਕਿਨ ਦੂਜੇ ਪਾਸੇ ਜਿਹੜੇ ਡੈਬਿਟ ਹੁੰਦਾ ਪਲੱਸ ਕਹਿ ਜੀ ਸਾਡੇ ਕੋਲ ਲੋਨ ਹੁੰਦੇ ਆ ਉਹਨਾਂ 'ਤੇ ਸਾਨੂੰ ਇੰਟਰਸਟ ਪੇਡ ਕਰਨਾ ਹੀ ਪੈਂਦਾ, ਕੰਪਲਸਰੀ ਹੁੰਦਾ, ਅਸੀਂ ਉਹਨੂੰ ਕਹਿ ਜੀ ਇਗਨੋਰ ਜਾਂ ਉਹਨੂੰ ਕਹਿ ਜੀ ਛੱਡ ਨਹੀਂ ਸਕਦੇ, ਠੀਕ ਨਾ। ਇਸ ਕਰਕੇ ਬੇਟਾ ਉਹ ਤੋਂ ਅੱਗੇ ਹੈਗਾ ਬੇਟਾ ਫਲੈਕਸੀਬਿਲਿਟੀ, ਠੀਕ ਨਾ, ਕਿ ਮਤਲਬ ਫਲੈਕਸੀਬਿਲਿਟੀ ਕਿੰਨੀ ਹੈ ਸਾਡੇ ਬਿਜ਼ਨਸ ਦੇ ਵਿੱਚ। ਫਲੈਕਸੀਬਿਲਿਟੀ ਤੇ ਹੁਣ ਮੰਨ ਲਓ ਬੇਟਾ ਕੱਲ੍ਹ ਨੂੰ ਸਾਡੇ ਕੋਲ ਕਿਹਾ ਜੀ ਅਸੀਂ ਲੋਨ ਲਿਆ ਆ, ਠੀਕ ਨਾ, ਜੇ ਅਸੀਂ ਪਹਿਲਾਂ ਹੀ ਲੋਨ ਲੈ ਲੈਂਦੇ ਆ ਕਿ ਮਤਲਬ ਸਾਡੇ ਬਿਜ਼ਨਸ ਵਿੱਚ ਫਲੈਕਸੀਬਿਲਿਟੀ ਹੋਣ ਕਰਕੇ ਇੱਦਾਂ ਦੀਆਂ ਕੰਡੀਸ਼ਨ ਆ ਜਾਂਦੀਆਂ ਆ ਜਿਹਦੇ ਨਾਲ ਸਾਨੂੰ ਹੋਰ ਲੋਨ ਦੀ ਲੋੜ ਪੈ ਗਈ ਆ, ਹੋਰ ਲੋਨ ਦੀ ਲੋੜ ਪੈ ਗਈ ਆ, ਤਾਂ ਉਸ ਟਾਈਮ ਆਪਾਂ ਬੇਟਾ ਕੀ ਕਰ ਸਕਦੇ ਆ, ਉਸ ਟਾਈਮ ਕੀ ਕਰ ਸਕਦੇ, ਸਾਨੂੰ ਮਤ ਕਰੀ ਕਿਸੇ ਬੰਦੇ ਨੇ ਹੋਰ ਲੋਨ ਦੇਣਾ ਨਹੀਂ ਕਿਉਂਕਿ ਤੁਹਾਡੇ ਸਿਰ ਪਹਿਲੇ ਕਰਜ਼ਾ ਜ਼ਿਆਦਾ ਹੋਣਾ ਆ, ਠੀਕ ਨਾ। ਔਰ ਜੇ ਮਤਲਬ ਕਿ ਜੀ ਬਿਜ਼ਨਸ ਸਾਡਾ ਇਸ ਤਰ੍ਹਾਂ ਦਾ ਆ ਜਿਹਦੇ ਵਿੱਚ ਕੋਈ ਫਲੈਕਸੀਬਿਲਿਟੀ ਹੈ ਨਹੀਂ, ਬਿਜ਼ਨਸ ਸਾਡਾ ਸਮੂਥਲੀ ਚੱਲੀ ਜਾਣਾ ਆ, ਫਿਰ ਅਸੀਂ ਕਹਿ ਜੀ ਲੋਨ ਤੋਂ ਪੈਸਾ ਲੈ ਸਕਦੇ ਆ, ਕਰਕੇ ਉਹਨਾਂ ਨੂੰ ਪਤਾ ਆ ਕਿ ਫਿਊਚਰ ਦੇ ਵਿੱਚ ਸਾਨੂੰ ਹੋਰ ਪੈਸੇ ਦੀ ਲੋੜ ਨਹੀਂ ਪੈਣੀ, ਠੀਕ ਹੈ ਨਾ। ਕਿ ਮਤਲਬ ਕਹਿ ਜੀ ਕਿ ਫਲੈਕਸੀਬਿਲਿਟੀ ਤੇ ਕਹਿ ਜੀ ਕਿ ਅਸੀਂ ਪਹਿਲਾਂ ਤਾਂ ਦੇਖਣਾ ਕਿ ਸਾਨੂੰ ਲੋਨ ਕਿੰਨਾ ਚਾਹੀਦਾ, ਔਰ ਜੇ ਮਤਲਬ ਕਹਿ ਜੀ ਸਾਡੀ ਫਲੈਕਸੀਬਿਲਿਟੀ ਹੈ ਨਾ ਤਾਂ ਆਪਾਂ ਕੀ ਕਰਾਂਗੇ ਜੀ ਇਕੁਇਟੀ ਸ਼ੇਅਰ ਨੂੰ ਬਚਾ ਕੇ ਰੱਖਾਂਗੇ, ਕਿ ਪਹਿਲਾਂ ਕਹਿ ਜੀ ਆਪਾਂ ਲੋਨ ਕਹਿ ਜੀ ਜਿਹਦਾ ਬਾਅਦ ਵਿੱਚ ਲੈਣਾ ਇਕੁਇਟੀ ਸ਼ੇਅਰ ਨੂੰ ਯੂਜ਼ ਕਰਾਂਗੇ, ਜਿਹਦੇ ਨਾਲ ਕੀ ਕਰ ਸਕੀਏ ਜੀ ਕਿ ਜਿਹੜਾ ਸਾਡਾ ਫਿਊਚਰ ਵਿੱਚ ਜੇ ਸਾਨੂੰ ਕਿਤੇ ਨਾ ਐਮਰਜੈਂਸੀ ਵਿੱਚ ਪੈਸੇ ਦੀ ਲੋੜ ਪੈਂਦੀ ਆ ਤਾਂ ਸਾਨੂੰ ਲੋਨ ਆਸਾਨੀ ਨਾਲ ਮਿਲ ਜਾਵੇ, ਠੀਕ ਨਾ। ਤਾਂ ਆਪਾਂ ਇਕੁਇਟੀ ਸ਼ੇਅਰ ਨੂੰ ਜ਼ਿਆਦਾ ਯੂਜ਼ ਕਰਾਂਗੇ ਕਿਉਂਕਿ ਫਿਊਚਰ ਦੇ ਵਿੱਚ ਕਦੇ ਵੀ ਇਕਨੋਮਿਕ ਕੰਡੀਸ਼ਨਾਂ ਬਦਲ ਜਾਣ, ਸਾਨੂੰ ਪੈਸੇ ਦੀ ਲੋੜ ਪੈ ਜਾਵੇ ਤਾਂ ਕੀ ਹੋਵੇ ਜੀ ਆਪਾਂ ਆਸਾਨੀ ਨਾਲ ਬਿਜ਼ਨਸ ਤੋਂ ਕਿਸ ਤੋਂ ਵੀ ਇੰਸਟੀਟਿਊਟ ਤੋਂ ਲੋਨ ਲੈ ਸਕੀਏ। ਉਹ ਤੋਂ ਬੇਟਾ ਅੱਗੇ ਹੈਗਾ ਸਾਡੇ ਕੋਲ ਕੰਟਰੋਲ ਦਾ ਮਤਲਬ ਕਿਹਾ ਜੀ ਕਿ ਬਿਜ਼ਨਸ ਦੀ ਮੈਨੇਜਮੈਂਟ 'ਤੇ ਕੰਟਰੋਲ ਕਿਹਦਾ ਹੁੰਦਾ, ਠੀਕ ਨਾ। ਬੇਟਾ ਸਾਨੂੰ ਪਤਾ ਹੈ ਕਿ ਜਿਹੜੇ ਮਤਲਬ ਇਕੁਇਟੀ ਸ਼ੇਅਰ ਹੋਲਡਰ ਹੁੰਦੇ ਕੰਪਨੀ ਦੇ ਮਾਲਕ ਹੁੰਦੇ ਆ ਅਤੇ ਬਿਜ਼ਨਸ ਦੀ ਮੈਨੇਜਮੈਂਟ 'ਤੇ ਪੂਰਾ ਕੰਪਨੀ ਦੀ ਮੈਨੇਜਮੈਂਟ 'ਤੇ ਉਹਨਾਂ ਦਾ ਕੰਟਰੋਲ ਹੁੰਦਾ ਆ, ਠੀਕ ਨਾ। ਕਿ ਜੇ ਤਾਂ ਮਤਲਬ ਬਿਜ਼ਨਸ ਜਿਹੜੇ ਸ਼ੇਅਰ ਹੋਲਡਰ ਉਹ ਚਾਹੁੰਦੇ ਆ ਕਿ ਮੈਨੇਜਮੈਂਟ 'ਤੇ ਸਾਡਾ ਪੂਰਾ ਕੰਟਰੋਲ ਰਹੇ, ਅਸੀਂ ਕਹਿ ਜੀ ਦੂਜੇ ਕਿਸੇ ਨੂੰ ਕੰਟਰੋਲ ਮਤਲਬ ਹੋਰ ਸ਼ੇਅਰ ਨੂੰ ਵਿੱਚ ਕਿਹਾ ਜੀ ਨਹੀਂ ਦੇਣਾ, ਫਿਰ ਬੇਟਾ ਉਹ ਕਿੱਥੋਂ ਆ ਜੀ ਲੋਨ ਤੋਂ ਡੈਪਟ ਤੋਂ ਪੈਸਾ ਇਕੱਠਾ ਕਰੂੰਗੇ। ਜੇ ਮਤਲਬ ਠੀਕ ਨਾ ਕਿ ਐਗਜ਼ਿਸਟਿੰਗ ਸ਼ੇਅਰ ਹੋਲਡਰ ਉਹ ਚਾਹੁੰਦੇ ਆ ਕਿ ਕੋਈ ਗੱਲ ਨਹੀਂ ਅਸੀਂ ਮਤਲਬ ਥੋੜ੍ਹਾ ਬਹੁਤਾ ਕੰਟਰੋਲ ਛੱਡਣ ਨੂੰ ਹੈਗੇ ਆ, ਫਿਰ ਉਹ ਕਿਹਨੂੰ ਯੂਜ਼ ਕਰੂੰਗੇ ਜੀ ਇਕੁਇਟੀ ਸ਼ੇਅਰ ਹੋਲਡਰ ਨੂੰ ਜ਼ਿਆਦਾ ਪੈਸਾ ਕਲੈਕਟ ਕਰੂੰਗੇ, ਠੀਕ ਨਾ। ਕਿਉਂਕਿ ਬੇਟਾ ਜਦੋਂ ਨਹੀਂ ਇਕੁਇਟੀ ਸ਼ੇਅਰ ਹੋਲਡਰ ਇਕੱਠੇ ਕਰ ਇਸ਼ੂ ਥਰੂ ਪੈਸਾ ਇਕੱਠਾ ਕਰਨਾ ਆ ਤਾਂ ਫਿਰ ਕੀ ਹੋਣਾ ਜੀ ਕਿ ਮਤਲਬ ਕਿਹਾ ਜੀ ਉਹਨਾਂ ਨੂੰ ਨਵੇਂ ਸ਼ੇਅਰ ਹੋਲਡਰ ਨੂੰ ਆਪਣੀ ਮੈਨੇਜਮੈਂਟ ਦੇ ਵਿੱਚ ਕਿਹਾ ਜੀ ਪਾਰਟੀਸਪੇਟ ਕਰਾਉਣਾ ਪੈਣਾ ਆ, ਕਰਕੇ ਜਿਹੜੇ ਸ਼ੇਅਰ ਹੋਲਡਰ ਹੁੰਦੇ ਉਹਨਾਂ ਨੂੰ ਪੂਰਾ ਵੋਟ 'ਤੇ ਰਾਈਟ ਦਾ ਅਧਿਕਾਰ ਹੁੰਦਾ ਹੈ ਕਿ ਉਹ ਕਿਹਾ ਜੀ ਮੈਨੇਜਮੈਂਟ ਦੇ ਵਿੱਚ ਆਪਣਾ ਕਿਹਾ ਜੀ ਮਤਲਬ ਦੂਜਾ ਕਰ ਸਕਦੇ ਆ, ਮਤਲਬ ਪਾਰਟੀਸਪੇਟ ਕਰ ਸਕਦੇ ਆ ਕੋਈ ਵੀ ਡਿਸੀਜਨ ਲੈਣ, ਠੀਕ ਨਾ। ਅੱਗੇ ਬੇਟਾ ਹੈਗਾ ਜੀ ਰੈਗੂਲੇਟਰੀ ਫਰੇਮਵਰਕ ਦਾ ਮਤਲਬ ਹੁੰਦਾ ਨਾ ਕਿ ਜਿਹੜੀ ਸੈਬੀ ਦੀਆਂ ਹੋ ਗਈਆਂ, ਠੀਕ ਹੈ ਨਾ, ਜਾਂ RBI ਦੀਆਂ ਹੋ ਗਈਆਂ, ਉਹਨਾਂ ਦੀਆਂ ਕੁਛ ਬੇਟਾ ਕੰਪਨੀ ਐਕਟ ਦੇ ਵਿੱਚ ਕੁਛ ਮਤਲਬ ਕਿ ਕੰਡੀਸ਼ਨਾਂ ਹੁੰਦੀਆਂ ਆ ਜਿਨ੍ਹਾਂ ਨੂੰ ਰੂਲ ਐਂਡ ਰੈਗੂਲੇਸ਼ਨ ਨੂੰ ਜਾਂ ਗਾਈਡਲਾਈਨ ਨੂੰ ਸਾਨੂੰ ਕੀ ਕਰਨਾ ਪੈਂਦਾ ਜੀ ਫੋਲੋ ਕਰਨਾ ਪੈਂਦਾ, ਠੀਕ ਨਾ। ਜਾਣੀ ਕਿ ਜੋ ਵੀ ਉਹਦੇ ਵਿੱਚ ਗਾਈਡਲਾਈਨਸ ਹੋਣਗੀਆਂ, ਠੀਕ ਨਾ, ਕਿ ਜੇ ਸਾਨੂੰ ਲੱਗਦਾ ਹੈ ਕਿ ਮੋਨੈਟਰੀ ਪੋਲਿਸੀ ਫਲੈਕਸੀਬਲ ਆ, ਮੋਨੈਟਰੀ ਪੋਲਿਸੀ ਸਾਡੇ ਕੋਲ ਵਧੀਆ ਹੈਗੀ ਆ, ਤਾਂ ਫਿਰ ਆਪਾਂ ਕਿੱਥੋਂ ਲਵਾਂਗੇ ਜੀ ਬੇਟਾ ਲੋਨ ਤੋਂ ਜ਼ਿਆਦਾ ਲਵਾਂਗੇ, ਠੀਕ ਨਾ। ਉਹ ਜੇ ਮੋਨੈਟਰੀ ਪੋਲਿਸੀ ਸਾਡੇ ਕੋਲ ਨਹੀਂ ਹੈਗੀ ਆ ਵਧੀਆ ਹੈਗੀ ਸਾਡੇ ਦੇਸ਼ ਦੀ, ਅਸੀਂ ਕੀ ਕਰਾਂਗੇ ਜੀ ਇਕੁਇਟੀ ਸ਼ੇਅਰ ਤੋਂ ਜ਼ਿਆਦਾ ਪੈਸਾ ਕਲੈਕਟ, ਜਿੱਦਾਂ ਹੁਣ ਮਤਲਬ ਸਰਕਾਰ ਨੇ ਕੀ ਕੀਤਾ ਜੀ ਕਈ ਤਰ੍ਹਾਂ ਦੇ ਮਤਲਬ ਸਬਸਿਡੀਆਂ ਦਿੱਤੀਆਂ ਆ ਤਾਂ ਲੋਕੀ ਕਹਿ ਜੀ ਜ਼ਿਆਦਾ ਬੈਂਕਾਂ ਤੋਂ ਲੋਨ ਲਓਗੇ। ਅੱਗੇ ਬੇਟਾ ਹੈਗਾ ਜੀ ਸਟੋਕ ਮਾਰਕੀਟ
ਕੰਡੀਸ਼ਨ, ਯਾਨੀ ਕਿ ਸਟਾਕ ਦੀ ਮਾਰਕੀਟ ਕੰਡੀਸ਼ਨ ਕਿੱਦਾਂ ਦੀ ਆ, ਠੀਕ ਨਾ। ਕਿਉਂਕਿ ਬੇਟਾ ਜੇ ਅਸੀਂ ਮਤਲਬ ਕਿ ਜੀ ਫਾਈਨਾਂਸ ਇਕੱਠਾ ਕਰਨਾ ਆ ਤਾਂ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੇ ਇਨਵੈਸਟਰ ਆ ਉਹ ਪੈਸਾ ਲਾਉਣ ਨੂੰ ਤਿਆਰ ਵੀ ਹੈਗੇ ਆ, ਠੀਕ ਨਾ। ਤੇ ਉਹਲੇ ਕੀ ਕਰੂੰਗੇ ਜੀ, ਉਹਲੇ ਮਤਲਬ ਅਸੀਂ ਦੇਖਾਂਗੇ ਕਿ ਸਾਡੀ ਮਾਰਕੀਟ ਕੰਡੀਸ਼ਨ ਜੇ ਤਾਂ ਮਤਲਬ ਬੂਮ ਵਾਲੀ ਆ, ਬੂਮ ਦਾ ਮਤਲਬ ਕਿ ਜੀ ਤੇਜ਼ੀ ਆ, ਠੀਕ ਨਾ, ਬਹੁਤ ਜ਼ਿਆਦਾ ਪ੍ਰੋਫਿਟ ਕਮਾ ਰਹੇ ਆ, ਤਾਂ ਕਿਆ ਕਰੂੰਗਾ ਜੀ, ਇਨਵੈਸਟਰ ਕਾਹਦੇ ਵਿੱਚ ਪੈਸਾ ਲਾਊਂਗਾ, ਇਕਵਿਟੀ ਸ਼ੇਅਰ ਦੇ ਵਿੱਚ ਜ਼ਿਆਦਾ ਪੈਸਾ ਲਾਊਂਗਾ, ਕਰਕੇ ਉਹਦੇ ਵਿੱਚ ਰਿਸਕ ਵੀ ਜ਼ਿਆਦਾ ਹੋਣਾ ਤੇ ਪ੍ਰੋਫਿਟ ਵੀ ਜ਼ਿਆਦਾ ਹੋਣਾ, ਠੀਕ ਨਾ। ਦੂਜੇ ਪਾਸੇ ਜੇ ਮਤਲਬ ਕਿ ਰਿਸੈਸ਼ਨ ਮਤਲਬ ਡਿਪਰੈਸ਼ਨ ਜਾਂ ਫਿਰ ਸਲੋ ਆ ਮਾਰਕੀਟ ਪਲੱਸ ਕਿ ਯਾਰੀ ਪ੍ਰੋਫਿਟ ਜ਼ਿਆਦਾ ਨਹੀਂ ਹੋ ਰਿਹਾ, ਤਾਂ ਫਿਰ ਲੋਕੀ ਕੀ ਕਰਦੇ ਆ ਜੀ, ਜ਼ਿਆਦਾ ਸਿਕਿਉਰ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਨਾ, ਕਿ ਜਿੱਦਾਂ ਮਤਲਬ ਕਿ ਜੀ ਇੰਸਟੀਟਿਊਟ ਦੇ ਵਿੱਚ ਜਾਣੀ ਕਿ ਲੋਨ ਦੇ ਵਿੱਚ ਲੋਕਾਂ ਦੁਆਰਾ ਦਿੱਤਾ ਜਾਂਦਾ ਆ, ਜਿਹਦੇ ਨਾਲ ਕੀ ਹੁੰਦਾ ਜੀ ਕਿ ਉਹਨਾਂ ਨੂੰ ਇੱਕ ਰੈਗੂਲਰ ਕਹਿ ਜੀ ਇੰਟਰਸਟ ਮਿਲਦਾ ਰਹਿੰਦਾ ਆ, ਠੀਕ ਨਾ। ਕਿਉਂਕਿ ਬੇਟਾ ਜਿਹੜੀ ਵੀ ਇਨਵੈਸਟਮੈਂਟ ਕਰਨੀ ਆ ਅਸੀਂ ਆਪ ਤਾਂ ਮਤਲਬ ਪੈਸਾ ਇਕੱਠਾ ਕਰਨਾ, ਮੋਰੇ ਦੇਖਣਾ ਵੀ ਆ ਸਾਨੂੰ ਕਿਹੜੇ ਸੋਰਸ ਤੋਂ ਪੈਸਾ ਆ ਰਿਹਾ ਆ। ਔਰ ਮੰਦੀ ਦੇ ਵਿੱਚ ਫਿਰ ਅਸੀਂ ਬੇਟਾ ਜ਼ਿਆਦਾਤਰ ਨਾ ਕਿਹਾ ਜੀ ਜਿਹੜੇ ਡੈਪਸ ਹੁੰਦੇ ਲੋਨ ਹੁੰਦੇ ਉਹਨਾਂ ਤੋਂ ਹੀ ਫਾਈਨਾਂਸ ਇਕੱਠਾ ਕਰ ਸਕਦੇ ਆ, ਤੇ ਕੰਪਨੀ ਜ਼ਿਆਦਾਤਰ ਕਿਹਾ ਜੀ ਇਹਦੇ ਥਰੂ ਹੀ ਫਾਈਨਾਂਸ ਜ਼ਿਆਦਾ ਲੈਂਦੀ ਆ। ਇਹ ਸੀਗਾ ਬੇਟਾ ਸਾਡਾ ਕਿਹਾ ਜੀ ਕੈਪੀਟਲ ਸਟਰਕਚਰ, ਠੀਕ ਹੈ ਜੀ, ਉਹਨੂੰ ਮਤਲਬ ਕਿਹੜੀਆਂ ਚੀਜ਼ਾਂ ਅਫੈਕਟ ਕਰਦੀਆਂ ਆ। ਇਸ ਤੋਂ ਬਾਅਦ ਬੇਟਾ ਆਪਾਂ ਦੇਖਾਂਗੇ ਵਰਕਿੰਗ ਕੈਪੀਟਲ ਤੇ ਫਿਕਸ ਕੈਪੀਟਲ ਦੇ ਵਿੱਚ ਕਿਹਾ ਹੈ ਜੀ ਉਹਦੇ ਕਿਹੜੇ ਕਿਹੜੇ ਫੈਕਟਰ ਉਹਨੂੰ ਪ੍ਰਭਾਵਿਤ ਕਰਦੇ ਆ। ਓਕੇ ਬੇਟਾ, ਥੈਂਕਸ ਜੀ।